साध जना की अचरज कथा। वाहिगुरु जी का खालसा, वाहिगुरु जी की फतेह। असंख जप, असंख भाव, असंख पूजा, असंख तप ताव, असंख ग्रंथ मुख वेद पाठ, असंख जोग मन रह उदास, असंख भगत गुण ज्ञान विचार, असंख सती असंख दातार, असंख सूर मोह भख सार, असंख मोन लिवलाए तार, कुदरत कवण कहा विचार, वारिया ना जावा एक बार, जो तुद भावै साई भली कार, तू सदा सलामत निरंकार। गुरु प्यारी साध संगत जीओ, चल रही पावन पवित्र बाणी जप जी साहिब ਦੀ ਲੜੀਵਾਰ ਵਿਚਾਰ। ਅੱਜ 17ਵੀਂ ਪੌੜੀ ਆਪਾਂ ਵਿਚਾਰਨੀ ਹੈ। ਇਸ ਪੌੜੀ ਦਾ ਪਾਠ ਤੁਸੀਂ ਸਰਵਣ ਕੀਤਾ ਹੈ। 17ਵੀਂ 18ਵੀਂ ਅਤੇ 19ਵੀਂ ਪੌੜੀ, ਇਹਨਾਂ ਤਿੰਨ ਪੌੜੀਆਂ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਵਿੱਚ ਤਕਰੀਬਨ ਕੁਦਰਤ ਦਾ ਇੱਕ ਕੰਪਲੀਟ ਪੱਖ ਇਹਨਾਂ ਤਿੰਨ ਰੂਪਾਂ ਦੇ ਵਿੱਚ ਲੈ ਕੇ ਆਉਂਦਾ ਹੈ। ਕਿਉਂਕਿ ਪੌੜੀ ਨੂੰ ਆਰੰਭ ਤੋਂ ਸਮਝਣ ਤੋਂ ਪਹਿਲਾਂ ਅਗਰ ਅਸੀਂ ਅੰਤਲੀਆਂ ਪੰਕਤੀਆਂ ਪਹਿਲਾਂ ਥੋੜਾ ਜਿਹਾ ਪੜ੍ਹ ਜਾਂ ਸਮਝ ਲਈਏ, ਬਾਕੀ ਪੌੜੀ ਦਾ ਭਾਵ ਸਾਨੂੰ ਫਿਰ ਆਪਣੇ ਆਪ ਪਤਾ ਲੱਗ ਜਾਂਦਾ ਹੈ। ਕਿਉਂਕਿ ਹੁਣ ਬਾਰ-ਬਾਰ ਇੱਕ ਗੱਲ ਆਏਗੀ ਜੋ ਵੈਸੇ 16ਵੀਂ ਪੌੜੀ ਦੇ ਗੁਰੂ ਸਾਹਿਬ ਜੀ ਨੇ ਅੰਤ ਵਿੱਚ ਲਿਖ ਦਿੱਤੀ ਹੈ। ਉਹ 4 ਲਾਈਨਾਂ 16ਵੀਂ ਪੌੜੀ ਤੋਂ ਆਰੰਭ ਹੋ ਗਈਆਂ ਨੇ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਇਹ ਤੋਂ ਅਗਲੀਆਂ ਜਿਹੜੀਆਂ ਤਿੰਨ ਪੌੜੀਆਂ ਵਿੱਚ ਕੁਦਰਤ ਦੀ ਗੱਲ ਆ ਰਹੀ ਹੈ, ਉੱਥੇ ਗੁਰੂ ਸਾਹਿਬ ਇੱਕ ਨਾਲ ਗਿਣਤੀ ਦੇ ਰਹੇ ਨੇ ਵੀ ਤੇਰੀ ਕੁਦਰਤ ਵਿੱਚ, ਇਸ ਕਾਇਨਾਤ ਵਿੱਚ, ਇਸ ਸ੍ਰਿਸ਼ਟੀ ਵਿੱਚ, ਇਸ ਸੰਸਾਰ ਵਿੱਚ, ਇਸ ਜਗਤ ਵਿੱਚ ਤੇਰੇ ਪੈਦਾ ਕੀਤੇ ਹੋਏ ਅਣਗਿਣਤ ਰੂਪ ਨੇ। ਰੂਪ ਮਨੁੱਖਾਂ ਦੇ, ਉਹਨਾਂ ਦੇ ਕਰਮਾਂ ਦੇ। ਜਿਹੜੀ 17ਵੀਂ ਪੌੜੀ ਹੈ, ਇਹਦੇ ਵਿੱਚ ਜਿਹੜੇ ਲੋਕ ਨਾ ਰੱਬ ਨਾਲ ਜੁੜਨ ਲਈ ਵੱਖੋ ਵੱਖਰੇ ਆਪੋ ਆਪਣੇ ਮਤ, ਧਰਮ, ਸਿਧਾਂਤ, ਮਰਿਆਦਾ ਦੇ ਮੁਤਾਬਿਕ ਕੋਈ ਨੇਮ, ਪੂਜਾ, ਪਾਠ, ਭਾਵਨਾ, ਤਪੱਸਿਆ, ਸਾਧਨਾ, ਜਪਣਾ, ਮੌਨ ਵਰਤ, ਕਰਮ ਕਾਂਡ, ਕਿਰਿਆ ਕਰਮ, ਜੋ ਆਪੋ ਆਪਣੇ ਵੱਖੋ ਵੱਖਰੇ ਬਣਾਏ ਹੋਏ ਨੇ, ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਇੱਕ ਉਹ ਕਿਸਮ ਧਰਮੀ ਕਿਸਮ ਦੇ ਲੋਕ ਨੇ, ਜਾਂ ਧਰਮੀ ਮੰਨਦੇ ਨੇ, ਧਰਮੀ ਕਹਾਉਂਦੇ ਨੇ, ਜਾਂ ਉਹ ਤੇਰੇ ਤੱਕ ਪਹੁੰਚਣ ਲਈ ਧਰਮ ਦੇ ਰਸਤੇ ਨੂੰ ਵੱਖੋ ਵੱਖਰੇ ਤਰੀਕਿਆਂ ਰਾਹੀਂ ਅਖਤਿਆਰ ਕਰਕੇ ਉਹ ਇੱਕ ਜੁੜਨ ਦਾ ਯਤਨ ਕਰਦੇ ਨੇ। ਉਹਨਾਂ ਦੀ ਲਿਸਟ ਆ ਗਈ ਪੂਰੀ। ਹੁਣ ਇਹ ਧਿਆਨ ਵਿੱਚ ਰੱਖਿਓ, ਇਹ ਜਿਹੜੀ ਗੱਲ ਉਰੇ ਕੀਤੀ ਜਾ ਰਹੀ ਹੈ, ਇਹ ਸਾਨੂੰ ਉਪਦੇਸ਼ ਨਹੀਂ ਹੈ। ਇਹ ਪੌੜੀ ਉਪਦੇਸ਼ ਦਾ ਅਰਥ ਸਮਝਿਓ ਕਿ ਇਹ ਗੱਲਾਂ ਸਾਨੂੰ ਕਰਨ ਵਾਸਤੇ ਨਹੀਂ ਕਹੀਆਂ ਗਈਆਂ। ਜੋ ਹੁਣ ਇਸ ਪੌੜੀ 'ਚ ਆਏਗਾ ਉਹ ਸਾਡੇ ਵਾਸਤੇ ਇਹ ਨਹੀਂ ਵੀ ਗੁਰੂ ਸਾਹਿਬ ਸਾਨੂੰ ਸਿਖਾ ਰਹੇ ਨੇ ਵੀ ਤੁਸੀਂ ਵੀ ਏਦਾਂ ਕਰੋ, ਤੁਸੀਂ ਵੀ ਇੰਝ। ਕੋਈ ਉਪਦੇਸ਼ ਨਹੀਂ ਹੈ, ਇਹ ਕੇਵਲ ਤੇ ਕੇਵਲ ਸਾਡੇ ਲਈ ਇੱਕ ਸੂਚਨਾ ਹੈ, ਸਾਡੇ ਲਈ ਇੱਕ ਗਿਆਨ ਹੈ ਬਸ, ਵੀ ਇਸ ਤਰ੍ਹਾਂ ਦੇ ਲੋਕ ਵੀ ਸੰਸਾਰ ਵਿੱਚ ਹਨ, ਇਸ ਤਰ੍ਹਾਂ ਦੀਆਂ ਮੱਤਾਂ ਵੀ ਸੰਸਾਰ ਵਿੱਚ ਪ੍ਰਚਲਿਤ ਨੇ, ਇਸ ਤਰ੍ਹਾਂ ਦੇ ਕਰਮ ਕਾਂਡ, ਇਸ ਤਰ੍ਹਾਂ ਦੇ ਧਰਮ ਨਾਲ ਜੁੜਨ ਵਾਲੇ ਕਰਮ ਵੀ ਦੁਨੀਆ ਕਰਦੀ ਹੈ। ਠੀਕ ਹੈ ਜੀ। ਹੁਣ ਇਹਦੇ ਵਿੱਚ ਇਹ ਨਹੀਂ ਵੀ ਸਾਨੂੰ ਕਰਨ ਵਾਸਤੇ ਨਹੀਂ ਕਿਹਾ ਜਾ ਰਿਹਾ ਵੀ ਸਿੱਖੋ ਤੁਸੀਂ ਵੀ ਇਸ ਤਰ੍ਹਾਂ ਕਰੋ, ਤੁਸੀਂ ਵੀ ਆਹ ਗੱਲ ਇਸ ਤਰ੍ਹਾਂ ਕਮਾਓ, ਤੁਸੀਂ ਵੀ ਇਹ ਗੱਲ ਨੂੰ ਮੰਨੋ। ਨਹੀਂ, ਇੱਥੇ ਨੂੰ ਗੁਰੂ ਸਾਹਿਬ ਰੂਪ ਦੱਸ ਰਹੇ ਨੇ ਵੀ ਤੇਰੇ ਨਾਲ ਜੁੜਨ ਵਾਲਿਆਂ ਦੀਆਂ ਮਨੋਬਿਰਤੀਆਂ ਨੇ। ਦੇਖੋ ਦੁਨੀਆ 'ਚ ਜਿੰਨੇ ਮੂੰਹ ਉਨੀਆਂ ਗੱਲਾਂ, ਜਿੰਨੀਆਂ ਮੱਤਾਂ ਉਨੇ ਤਰ੍ਹਾਂ ਦੀ ਮਰਿਆਦਾ। ਉੱਥੇ ਗੁਰੂ ਸਾਹਿਬ ਨੇ ਹੁਣ ਸ਼ਬਦ ਜਿਹੜਾ ਵਰਤੇ ਉਹ ਅਸੰਖ ਵਰਤਿਆ। ਅਸੰਖ ਦਾ ਅਰਥ ਹੁੰਦਾ ਅਣਗਿਣਤ, ਜਿੱਥੇ ਗਿਣਤੀ ਖਤਮ ਹੋ ਜਾਂਦੀ ਹੈ, ਜਿੱਥੇ ਗਿਣਤੀ ਵੀ ਕੰਮ ਨਹੀਂ ਕਰਦੀ, ਗਿਣਤੀ ਤੋਂ ਪਰੇ। ਕਿਉਂਕਿ ਗਿਣਤੀ ਦਾ ਜਿਹੜਾ ਟੌਪ ਹਿੰਸਾ ਮੰਨਿਆ ਜਾਂਦਾ ਉਹ ਸੰਖ ਮੰਨਿਆ ਜਾਂਦਾ। ਸੰਖ, ਇਕਾਈ, ਦਹਾਈ, ਸੈਂਕੜਾ, ਹਜ਼ਾਰ, ਲੱਖ, ਕਰੋੜ, ਅਰਬ, ਖਰਬ, ਨੀਲ, ਪਦਮ, ਸੰਖ।
ਤੇ ਸੰਖ ਤੋਂ ਜਦੋਂ ਅੱਗੇ ਜਾਣਾ ਹੋਵੇ ਫਿਰ ਕਵਾਂਗੇ ਅਸੰਖ, ਅਣਗਿਣਤ, ਜਿੱਥੇ ਗਿਣਤੀ ਵੀ ਕੰਮ ਨਹੀਂ ਕਰਦੀ, ਗਿਣਤੀ ਜਵਾਬ ਦੇ ਜਾਏ। ਹੁਣ ਗੁਰੂ ਸਾਹਿਬ ਕਹਿੰਦੇ ਹੁਣ ਉਹ ਕਿੰਨੇ ਨੇ? ਅਸੰਖ ਜਪ, ਅਸੰਖ ਤਰ੍ਹਾਂ ਦੇ ਜਪ ਹਨ, ਅਸੰਖ ਤਰ੍ਹਾਂ ਦੇ ਤੈਨੂੰ ਜਪਣ ਵਾਲੇ ਹਨ, ਇਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਤੇਰੀ ਇਸ ਕਾਇਨਾਤ ਵਿੱਚ, ਸ੍ਰਿਸ਼ਟੀ ਵਿੱਚ, ਰਚਨਾ ਵਿੱਚ, ਦੁਨੀਆ ਵਿੱਚ, ਜਗਤ ਵਿੱਚ, ਬ੍ਰਹਿਮੰਡ ਵਿੱਚ ਕਿੰਨੇ ਨੇ? ਕਹਿੰਦੇ ਅਸੰਖ, ਅਸੰਖ ਜਪ। ਹੁਣ ਹੱਦ ਹੋ ਗਈ ਵੀ ਫਿਰ ਆਪਾਂ ਕਿਹੜੇ ਜਪ ਦੇ ਭੁਲੇਖੇ 'ਚ ਤੁਰੇ ਫਿਰਦੇ ਹਾਂ? ਇਸ ਦਾ ਮਤਲਬ ਸਾਡੇ ਵਾਲਾ ਜਪ ਵੀ ਵਿੱਚ ਆ ਜਾਏਗਾ। ਜਿਹੜਾ ਜਪ ਦੁਨੀਆ 'ਚ ਪ੍ਰਚਲਿਤ ਹੈ, ਜਿਹੜੇ ਜਪ ਦੀ ਗੱਲ ਹਿੰਦੂ ਮਤ ਕਰਦਾ ਹੈ, ਵੇਦ ਮਤ ਕਰਦਾ ਹੈ, ਬੋਧ ਮਤ ਕਰਦਾ ਹੈ, ਉਹ ਜਪ ਤੇ ਫਿਰ ਅਸੰਖਾਂ ਜਪਾਂ 'ਚ ਆ ਗਏ। ਇਸ ਲਈ ਗੁਰੂ ਸਾਹਿਬ ਨੇ ਆਪਣੇ ਗੁਰਮਤ ਵਾਲੇ ਜਪ ਨੂੰ ਵੱਖਰਾ ਰੱਖਿਆ, ਉਹਨੂੰ ਔਂਕੜ ਲਗਾ ਕੇ ਵਿਸ਼ੇਸ਼ਤਾ ਹੀ ਦਿੱਤੀ ਉਹਦੀ, ਕਿਉਂਕਿ ਇੱਥੇ ਰਟਨ ਚੱਲਦੇ ਨੇ। ਜਪਣ ਸ਼ਬਦ ਦਾ ਅਰਥ ਹੁੰਦਾ ਰਟਨ ਕਰਨਾ, ਰਿਪੀਟ ਕਰਨਾ, ਰੈਪੀਟੇਸ਼ਨ ਵਿੱਚ ਆ ਜਾਣਾ। ਬਟ ਗੁਰਮਤ ਦਾ ਜਪ ਰੈਪੀਟੇਸ਼ਨ ਦੀ ਗੱਲ ਨਹੀਂ ਕਰਦਾ। ਇੱਥੇ ਜਪਣ ਦਾ ਅਰਥ ਹੁੰਦਾ ਸਮਝਣਾ, ਵਿਚਾਰਨਾ, ਸਿੱਖਣਾ, ਜਾਣ ਲੈਣਾ, ਪੂਰੀ ਜਾਣਕਾਰੀ ਪ੍ਰਾਪਤ ਕਰਨਾ ਹੀ ਜਪ ਹੁੰਦਾ ਹੈ। ਹੁਣ ਜਦੋਂ ਉਹ ਜਪ ਦੀ ਗੱਲ ਕੀਤੀ ਜਿਹੜੇ ਦੁਨੀਆ ਵਿੱਚ ਪ੍ਰਚਲਿਤ ਨੇ, ਮੱਤਾਂ ਵਿੱਚ ਪ੍ਰਚਲਿਤ ਨੇ, ਉੱਥੇ ਕਹਿੰਦੇ ਨੇ ਅਸੰਖ ਜਪ। ਆਪੋ ਆਪਣੇ ਜਪ ਨੇ ਸਾਰੀਆਂ ਮੱਤਾਂ ਦੇ। ਹੁਣ ਹਰ ਮਤ ਦਾ, ਹਰ ਧਰਮ ਦਾ, ਹਰ ਮਜ਼ਹਬ ਦਾ, ਹਰ ਜਾਤੀ ਦਾ, ਫਿਰਕੇ ਦਾ ਇੱਕੋ ਜਿਹਾ ਜਪ ਨਹੀਂ ਹੁੰਦਾ, ਸਭਨਾਂ ਦਾ ਵੱਖਰਾ ਹੋਏਗਾ। ਕ੍ਰਿਸ਼ਨ ਨੂੰ ਜਪਣ ਵਾਲਿਆਂ ਦਾ ਮੰਤਰ ਵੱਖਰਾ ਹੈ, ਸ਼ਿਵ ਜੀ ਨੂੰ ਜਪਣ ਵਾਲਿਆਂ ਦਾ ਮੰਤਰ ਵੱਖਰਾ ਹੈ, ਰਾਮ ਦੀ ਜਪਣਾ ਵੱਖਰੇ ਤਰੀਕੇ ਨਾਲ ਹੋ ਰਹੀ ਹੈ। ਫਿਰ ਅਲੱਗ-ਅਲੱਗ ਦੇਵਤੇ ਨੇ, ਉਹਨਾਂ ਦੀ ਅਲੱਗ-ਅਲੱਗ ਤਰੀਕੇ ਦਾ ਜਪ ਤਪ ਹੈ, ਉਹਨਾਂ ਦੀ ਅਲੱਗ-ਅਲੱਗ ਤਰੀਕੇ ਦੀ ਪੂਜਾ ਹੈ, ਅਲੱਗ-ਅਲੱਗ ਉਹਨਾਂ ਦੇ ਮੰਤਰ ਨੇ, ਅਲੱਗ-ਅਲੱਗ ਜੰਤਰ ਨੇ, ਅਲੱਗ-ਅਲੱਗ ਪਾਠ ਨੇ, ਅਲੱਗ-ਅਲੱਗ ਸ਼ਬਦ ਨੇ। ਅਸੰਖ ਜਪ ਇਸ ਤਰ੍ਹਾਂ ਦੇ ਦੇਖੋਗੇ। ਬੋਧੀਆਂ ਨੇ ਆਪਣੇ ਜਪ ਰੱਖੇ ਹੋਏ ਨੇ, ਮੁਸਲਮਾਨਾਂ ਦਾ ਆਪਣਾ ਤਰੀਕਾ ਹੈ, ਈਸਾਈਆਂ ਦਾ ਆਪਣਾ ਹੈ, ਸਿੱਖਾਂ ਦਾ ਵੀ ਆਪਣਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਹੁਣ ਗੁਰੂ ਸਾਹਿਬ ਕਹਿੰਦੇ ਵੀ ਇਹ ਗਿਣਤੀ ਕਹਿੰਦੇ ਗਿਣੀ ਨਹੀਂ ਜਾ ਸਕਦੀ, ਕਿਉਂਕਿ ਜਦੋਂ ਸਤਿਗੁਰੂ ਦੇ ਸਾਹਮਣੇ ਗੱਲ ਆਉਂਦੀ ਹੈ ਨਾ ਕੁਦਰਤ ਦੀ, ਹੁਣ ਉਹਨਾਂ ਨੇ ਕੁਦਰਤ ਸ਼ਬਦ ਵਰਤਿਆ ਅਖੀਰ ਵਿੱਚ ਜਾ ਕੇ। ਕੁਦਰਤ ਦਾ ਅਰਥ ਇਹ ਨਹੀਂ ਵੀ ਉਹ ਇੱਕ ਧਰਤੀ ਨੂੰ ਦੇਖ ਰਹੇ ਨੇ। ਗੁਰੂ ਸਾਹਿਬ ਕਹਿ ਰਹੇ ਨੇ ਵੀ ਜਿੰਨੀਆਂ ਵੀ ਧਰਤੀਆਂ ਜਿਹੜੀਆਂ ਹੋਰ ਪਰੇ ਹੋਰ ਦੀ ਗੱਲ ਪਿੱਛੇ ਆਈ ਹੈ ਨਾ, ਹੁਣ ਉਹਨਾਂ ਧਰਤੀਆਂ ਤੇ ਵੀ ਤਾਂ ਕੋਈ ਨਾ ਕੋਈ ਜਪ ਤਪ ਚੱਲਦਾ ਹੋਏਗਾ, ਕਿਸੇ ਨਾ ਕਿਸੇ ਤਰੀਕੇ ਦੇ ਜੀਵ ਹੋਣਗੇ, ਉਹ ਕਿਸੇ ਨਾ ਕਿਸੇ ਰੂਪ 'ਚ ਉਹਨੂੰ ਮੰਨਦੇ ਹੋਣਗੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੀ ਜਪ ਤਪ ਪੂਜਾ ਕਰਦੇ ਹੋਣਗੇ, ਉਹ ਵੀ ਸਾਰੇ ਵਿੱਚ ਆ ਗਏ। ਕਿਉਂਕਿ ਅਸੰਖ ਤੇ ਤਾਂ ਹੀ ਬਣੇਗਾ ਨਾ। ਜੇ ਆਪਾਂ ਆਪਣੀ ਧਰਤੀ ਦੀ ਗੱਲ ਕਰਾਂਗੇ, 7 ਅਰਬ ਲੋਕ ਨੇ, ਅਸੰਖ ਤੇ ਰਹੀ ਨਹੀਂ ਤੇ ਖਰਬ ਤੱਕ ਵੀ ਨਹੀਂ ਗਿਣਤੀ ਪਹੁੰਚੀ, ਤੇ ਗੁਰੂ ਸਾਹਿਬ ਅਸੰਖ ਦੀ ਗੱਲ ਕਰ ਰਹੇ ਨੇ। ਹੁਣ ਇਸ ਚੀਜ਼ ਨੂੰ ਆਪਾਂ ਨੇ ਸਮਝਣਾ ਹੈ ਵੀ ਦੁਨੀਆ ਵਿੱਚ ਜਪ ਬਹੁਤ ਹੁੰਦੇ ਨੇ, ਉਹ ਜਿਹੜੇ ਜਪ ਨੇ ਉਹ ਅਣਗਿਣਤ ਦੀ ਗਿਣਤੀ 'ਚ ਆ ਜਾਂਦੇ ਨੇ। ਗੁਰਮਤ ਦਾ ਜਪ ਉਹਨਾਂ ਸਾਰੇ ਜਪਾਂ ਤੋਂ ਨਿਆਰਾ ਹੈ, ਇਸ ਕਰਕੇ ਸਾਡੀ ਜਪ ਬਾਣੀ ਦਾ ਅਰਥ ਰਿਪੀਟ ਕਰਨਾ ਨਹੀਂ, ਇੱਥੇ ਸਮਝਣਾ, ਜਾਣਨਾ, ਗਿਆਨ ਲੈਣਾ ਤੇ ਕੁਝ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਅੰਦਰ ਵਸਾਉਣਾ ਹੈ। ਆ ਹੁਣ ਜਿਹੜੀ ਗੱਲ ਹੁਣ ਚੱਲ ਰਹੀ ਹੈ, ਇਹ ਅਸੀਂ ਕੀ ਕਰ ਰਹੇ ਹਾਂ? ਅਸੀਂ ਇਹ ਸਾਡਾ ਜਪ ਹੋ ਰਿਹਾ ਹੈ, ਜੋ ਅਸੀਂ ਰੋਜ਼ ਸ਼ਾਮ ਨੂੰ 1 ਘੰਟਾ ਬੈਠ ਕੇ ਬਾਣੀ ਵਿਚਾਰਦੇ ਹਾਂ, ਉਹ ਜਪ ਹੈ। ਤੁਸੀਂ ਆਪਸ ਵਿੱਚ ਕਿਤੇ ਬੈਠ ਕੇ ਬਾਣੀ ਦੀ ਵਿਚਾਰ ਕਰ ਰਹੇ ਹੋ, ਜਪ ਹੈ। ਜਿੱਥੋਂ ਤੁਹਾਨੂੰ ਕੁਝ ਗੇਨ ਪ੍ਰਾਪਤ ਹੋ ਰਿਹਾ ਹੈ, ਸਾਨੂੰ ਮਾਨਸਿਕ ਤੌਰ ਤੇ ਮਨ ਕਰਕੇ ਆਧਿਆਤਮਿਕ ਤੌਰ ਤੇ ਲਾਭ ਪ੍ਰਾਪਤ ਹੋ ਰਿਹਾ ਹੈ, ਉਹ ਸਾਡਾ ਜਪ ਬਣ ਜਾਂਦਾ ਹੈ। ਹੁਣ ਇੱਥੇ ਜਿਹੜੀ ਗੱਲ ਕੀਤੀ, ਕਹਿੰਦੇ ਅਸੰਖ, ਅਸੰਖ ਜਪ, ਫਿਰ ਕਹਿੰਦੇ ਅਸੰਖ ਭਾਉ। ਹੁਣ ਭਾਉ ਦਾ ਅਰਥ ਕੀ ਹੁੰਦਾ ਹੈ? ਭਾਉ ਦਾ ਅਰਥ ਆਮ ਤੌਰ ਤੇ ਕੀਤਾ ਜਾਂਦਾ ਪਿਆਰ, ਪਰ ਇੱਥੇ ਭਾਉ ਦਾ ਅਰਥ ਪਿਆਰ ਨਹੀਂ ਹੈ, ਕਿਉਂਕਿ ਪਿਆਰ ਦੇ ਅਸੰਖਾਂ ਰੂਪ ਨਹੀਂ ਹੁੰਦੇ, ਪਿਆਰ ਇੱਕੋ ਹੀ ਹੁੰਦਾ ਹੈ, ਪਿਆਰ ਤੇ ਪਿਆਰ ਹੈ ਬਸ। ਹੁਣ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਕਿਸ ਤਰ੍ਹਾਂ ਦਾ ਪਿਆਰ, ਕਿਹੜੇ ਰੰਗ ਦਾ ਪਿਆਰ, ਕਿਹੜੇ ਆਕਾਰ ਦਾ ਪਿਆਰ, ਕਿਹੜੇ ਰੂਪ ਦਾ ਪਿਆਰ। ਪਿਆਰ ਤੇ ਪਿਆਰ ਹੈ, ਸਾਡਾ ਬੜਾ ਪਿਆਰ ਹੈ ਜੀ। ਕਿਹੜਾ ਪਿਆਰ ਹੈ ਇਹ ਤਾਂ ਨਹੀਂ ਆਪਾਂ ਕਦੀ ਕਹਿੰਦੇ ਹੈਗੇ। ਅਸੰਖ ਜਪ, ਅਸੰਖ ਭਾਉ। ਹੁਣ ਭਾਉ ਨੂੰ ਥੋੜਾ ਜਿਹਾ ਸਮਝਣਾ ਪੈਣਾ ਹੈ। ਆਮ ਤੌਰ ਤੇ ਗੁਰਬਾਣੀ ਵਿੱਚ ਭਾਉ ਸ਼ਬਦ ਦਾ ਅਰਥ ਵੀ ਪਿਆਰ ਹੀ ਆਉਂਦਾ ਹੈ, ਪਰ ਭਾਉ ਸ਼ਬਦ ਦਾ ਅਰਥ ਭਾਵਨਾ ਵੀ ਹੁੰਦਾ ਹੈ। ਭਾਵਨਾ ਦਾ ਅਰਥ ਕੀਤਾ ਜਾਂਦਾ ਇੱਛਾ। ਇੱਥੇ ਭਾਉ ਸ਼ਬਦ ਦਾ ਅਰਥ ਹੈ ਇੱਛਾ, ਮਨ ਦੀ ਕਾਮਨਾ, ਮਨ ਦੀ ਭਾਵਨਾ। ਜਿਵੇਂ ਹਿੰਦੀ ਵਿੱਚ ਸ਼ਬਦ ਵਰਤਿਆ ਜਾਂਦਾ ਹੈ, ਆਪਕਾ ਭਾਵ ਕਿਆ ਹੈ, ਭਾਵ ਆਪਕੀ ਭਾਵਨਾ ਕਿਆ ਹੈ। ਭਾਵਨਾ ਕੀ ਹੁੰਦੀ ਹੈ? ਆਪਕੀ ਇੱਛਾ ਕਿਆ ਹੈ। ਹੁਣ ਉਹ ਜਿਹੜੀ ਇੱਛਾ ਹੈਗੀ ਆ, ਉਹਨੂੰ ਇੱਥੇ ਭਾਵ ਕਿਹਾ ਗਿਆ।
ਹੁਣ ਜੇ ਇੱਥੇ ਅਸੀਂ ਭਾਵ ਦਾ ਅਰਥ ਪਿਆਰ ਕਰਾਂਗੇ ਤਾਂ ਆਪਾਂ ਗਲਤ ਹੋ ਜਾਾਂਗੇ, ਕਿਉਂਕਿ ਪਿਆਰ ਦਾ ਰੂਪ ਹੀ ਇੱਕ ਹੁੰਦਾ, ਪਿਆਰ ਦੋ ਵੀ ਨਹੀਂ ਹੁੰਦੇ। ਦੋ ਲੋਕਾਂ ਵਿੱਚ ਪਿਆਰ ਹੋ ਸਕਦਾ ਹੈ, ਪਰ ਹੁੰਦਾ ਪਿਆਰ ਇੱਕੋ ਹੀ ਹੈ। ਪਿਆਰ ਦਾ ਕੋਈ ਦੂਜਾ ਰੂਪ ਨਹੀਂ ਹੁੰਦਾ। ਪਿਆਰ ਦਾ ਅਰਥ ਹੁੰਦਾ ਸਮਰਪਣ ਭਾਵਨਾ। ਜਦੋਂ ਤੁਹਾਨੂੰ ਸਭ ਚੰਗਾ ਲੱਗਦਾ ਤੁਸੀਂ ਡੈਡੀਕੇਟਡ ਹੋ ਜਾਂਦੇ ਹੋ, ਉਹ ਪਿਆਰ ਹੈ ਬਸ। ਸੋ ਇੱਥੇ ਅਰਥ ਹੈ ਭਾਵ। ਭਾਵ ਦਾ ਅਰਥ ਹੈ ਭਾਵਨਾ, ਇੱਛਾ। ਤੁਹਾਡੇ मन की कामना, आपका भाव क्या है, आपकी भावना क्या है, आपकी इच्छा क्या है, आप क्या भाव लेकर आए हो। ਅਸੀਂ ਕੀ ਭਾਵ ਲੈ ਕੇ ਚੱਲੇ ਆ, ਅਸੀਂ ਕੀ ਇੱਛਾ ਲੈ ਕੇ ਚੱਲੇ ਆ। ਕਿਉਂਕਿ ਇੱਛਾਵਾਂ ਦੇ ਅਣਗਿਣਤ ਰੂਪ ਹੁੰਦੇ ਨੇ। ਇੱਛਾ ਇੱਕ ਤਰ੍ਹਾਂ ਦੀ ਹੁੰਦੀ ਨਹੀਂ ਕਦੇ ਵੀ, ਇੱਛਾ ਅਣਗਿਣਤ ਤਰ੍ਹਾਂ ਦੀ ਹੁੰਦੀ ਹੈ। ਔਰ ਇੱਕ ਬੰਦੇ ਅੰਦਰ ਜੇ ਲੱਖ ਇੱਛਾਵਾਂ ਨੇ, ਦੂਜੇ ਬੰਦੇ ਦੀਆਂ ਲੱਖ ਇੱਛਾਵਾਂ ਵੱਖਰੀਆਂ ਹੋਣਗੀਆਂ, ਤੀਸਰੇ ਦੀਆਂ ਲੱਖ ਇੱਛਾਵਾਂ ਅਲੱਗ ਹੋਣਗੀਆਂ। ਹਰੇਕ ਦੀ ਇੱਛਾ ਕੋਈ ਵੱਖਰੇ ਪਾਸੇ ਤੁਰੀ ਫਿਰਦੀ ਹੈ। ਉੱਥੋਂ ਫਿਰ ਇਹ ਬਣ ਗਿਆ ਅਸੰਖ ਭਾਉ। ਅਸੰਖਾਂ ਤਰ੍ਹਾਂ ਦੇ ਲੋਕ ਜਪ ਕਰਦੇ ਨੇ, ਵਿਧੀਆਂ ਬਣਾਈਆਂ ਹੋਈਆਂ ਨੇ, ਤਰੀਕੇ ਨੇ, ਜੰਤਰ ਮੰਤਰ ਤੰਤਰ ਨੇ, ਤੇ ਅਸੰਖਾਂ ਤਰ੍ਹਾਂ ਦੀਆਂ ਫਿਰ ਉਹਨਾਂ ਪਿੱਛੇ ਇੱਛਾਵਾਂ ਕੰਮ ਕਰਦੀਆਂ ਨੇ। ਕੋਈ ਕਿਸੇ ਇੱਛਾ ਨੂੰ ਰੱਖ ਕੇ ਕੋਈ ਵਿਸ਼ੇਸ਼ ਜਪ ਕਰ ਰਿਹਾ ਹੈ, ਕੋਈ ਕਿਸੇ ਇੱਛਾ ਨੂੰ ਰੱਖ ਕੇ ਆਪਣਾ ਜਪ ਜੰਤਰ ਮੰਤਰ ਕਰ ਰਿਹਾ ਹੈ, ਕੋਈ ਕਿਸੇ ਵੱਖਰੀ ਇੱਛਾ ਨੂੰ ਰੱਖ ਕੇ ਜੰਤਰ ਮੰਤਰ ਜਪ ਕਰ ਰਿਹਾ ਹੈ। ਸਭਨਾਂ ਦਾ ਫਰਕ ਪੈ ਗਿਆ ਨਾ। ਉਹ ਫਰਕ ਉਰੇ ਦੱਸਿਆ ਹੋਇਆ। ਹੁਣ ਫੇਰ ਬੇਨਤੀ ਕਰਦੇ ਹਾਂ, ਇਹ ਗੱਲਾਂ ਅਸੀਂ ਕਰਨੀਆਂ ਨਹੀਂ, ਇਹ ਕੇਵਲ ਸਾਡੀ ਨੌਲੇਜ ਵਾਸਤੇ ਆਈਆਂ ਨੇ। ਵੀ ਉੱਥੇ ਹੁਣ ਗੱਲ ਚੱਲਣੀ ਵੀ ਕੁਦਰਤ ਵਿੱਚ ਕੀ ਹੋ ਰਿਹਾ ਹੈ। ਕਿਉਂਕਿ ਹੁਣ ਕੁਦਰਤ ਵਿੱਚ, ਸਾਰੀ ਕੁਦਰਤ ਚ ਭਗਤ ਤਾਂ ਬੈਠੇ ਨਹੀਂ, ਸਾਧੂ ਸੰਤਾਂ ਬੈਠੇ ਨਹੀਂ, ਪਖੰਡੀ ਵੀ ਬੈਠੇ ਨੇ, ਕਰਮਕਾਂਡੀ ਵੀ ਬੈਠੇ ਨੇ, ਚੋਰ ਵੀ ਬੈਠੇ ਨੇ, ਨਿੰਦਕ ਵੀ ਬੈਠੇ ਨੇ, ਦੁਸ਼ਟ ਵੀ ਬੈਠੇ ਨੇ, ਡਾਕੂ ਵੀ ਨੇ, ਲੁਟੇਰੇ ਵੀ ਨੇ, ਚੰਗੇ ਵੀ ਨੇ, ਮਾੜੇ ਵੀ ਨੇ। ਉਹ ਸਾਰਾ ਦ੍ਰਿਸ਼ਟਾਂਤ ਲੈ ਜਾਂਦਾ ਸਾਡੇ ਸਾਹਮਣੇ। ਹੁਣ ਅਸੰਖ ਜਪ, ਅਸੰਖ ਭਾਉ, ਅਸੰਖ ਤਰ੍ਹਾਂ ਦੀ ਤੇਰੀ ਜਪ ਤਪ ਦੀ ਪੂਜਾ, ਤਰੀਕੇ ਨੇ, ਵਿਧੀਆਂ ਨੇ, ਅਸੰਖਾਂ ਹੀ ਉਹਨਾਂ ਪਿੱਛੇ ਸਾਡੀਆਂ ਕਾਮਨਾਵਾਂ ਨੇ, ਭਾਵਨਾਵਾਂ ਨੇ, ਮਾਨਤਾਵਾਂ ਨੇ, ਸਾਡੀਆਂ ਇੱਛਾਵਾਂ ਹੁੰਦੀਆਂ ਨੇ। ਆ ਦੇਖੋ ਤੁਸੀਂ ਇਹਦੇ ਵਿੱਚ ਨਾ ਹੁਣ ਇਹ ਗੱਲਾਂ ਕਿੱਥੇ ਚਲੀਆਂ ਜਾਂਦੀਆਂ ਨੇ। ਅਸੀਂ ਇੱਥੋਂ ਇਹ ਗੱਲ ਸਮਝਣੀ ਸੀਗੀ। ਸਿੱਖਾਂ ਨੇ ਕੀ ਕੀਤਾ, ਅਸੀਂ ਵੀ ਇਹਦੇ ਨਾਲ ਇੱਕ ਕਰਮਕਾਂਡ ਜੋੜ ਲਿਆ। ਅਸੀਂ ਕਿੱਡੇ ਵੱਡੇ ਪਖੰਡ ਚ ਆ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕੁਝ ਸ਼ਬਦ ਸਿਲੈਕਟ ਕੀਤੇ ਤੇ ਉਹਨਾਂ ਨੂੰ ਅਲੱਗ-ਅਲੱਗ ਆਪਣੇ ਸਮਾਜ, ਸੰਸਾਰ, ਸਰੀਰ ਦੇ ਦੁੱਖਾਂ ਸੁੱਖਾਂ ਨਾਲ ਜੋੜਦੇ ਆ। ਹਾਂਜੀ, ਜੇ ਤੁਸੀਂ ਬਿਮਾਰ ਹੋ ਤੇ ਆਹ ਸ਼ਬਦ ਪੜ੍ਹ ਲਓ, ਜੇ ਤੁਸੀਂ ਖੁਸ਼ ਨਹੀਂ ਹੋ ਤੇ ਆਹ ਸ਼ਬਦ ਪੜ੍ਹ ਲਓ, ਤੁਸੀਂ ਦੁਖੀ ਹੋ ਤੇ ਆਹ ਸ਼ਬਦ ਪੜ੍ਹ ਲਓ, ਤੁਹਾਡਾ ਮੁਕੱਦਮਾ ਚੱਲਦਾ ਆਹ ਸ਼ਬਦ ਪੜ੍ਹ ਲਓ, ਤੁਹਾਡਾ ਵਿਆਹ ਨਹੀਂ ਹੁੰਦਾ ਆਹ ਸ਼ਬਦ ਪੜ੍ਹ ਲਓ, ਪਤੀ ਚੰਗਾ ਚਾਹੀਦਾ ਆਹ ਸ਼ਬਦ ਪੜ੍ਹ ਲਓ, ਪਤਨੀ ਚੰਗੀ ਨਹੀਂ ਆਹ ਸ਼ਬਦ ਪੜ੍ਹ ਲਓ, ਸੱਸ ਚੰਗੀ ਨਹੀਂ ਆਹ ਸ਼ਬਦ ਪੜ੍ਹ ਲਓ। ਹੱਦ ਹੋ ਗਈ, ਅਸੀਂ ਤੇ ਇੱਧਰ ਨੂੰ ਤੁਰ ਪਏ ਆ। ਇਹ ਗੁਰੂ ਨੇ ਤਾਂ ਕਿਤੇ ਕਿਹਾ ਨਹੀਂ ਸੀ ਕਰਨ ਨੂੰ। ਗਵਾਂਢੀਆਂ ਨਾਲ ਨਹੀਂ ਬਣਦੀ ਆਹ ਸ਼ਬਦ ਪੜ੍ਹ ਲਓ, ਵਿਦੇਸ਼ ਜਾਣਾ ਆਹ ਸ਼ਬਦ ਪੜ੍ਹ ਲਓ, ਕੰਮ ਕਾਰ ਨਹੀਂ ਚੱਲਦਾ ਆਹ ਸ਼ਬਦ ਪੜ੍ਹ ਲਓ। ਉਹ ਗੁਰੂ, ਇਹ ਤਾਂ ਅਸੀਂ ਫਿਰ ਸ਼ਬਦ ਵਿੱਚ, ਬਾਣੀ ਚ, ਉਸ ਰੱਬ ਦੇ ਗਿਆਨ ਚ ਅਸੀਂ ਫਰਕ ਪਾਉਣ ਲੱਗ ਪਏ। ਅਸੀਂ ਤੇ ਬਾਣੀ ਨੂੰ ਵੰਡਣ ਲੱਗ ਪਏ, ਜਦ ਕਿ ਸਾਨੂੰ ਸਮਝਾਇਆ ਗਿਆ ਸੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਬਾਣੀ ਇੱਕੋ ਹੀ ਹੈ। ਇੱਕ ਬਾਣੀ ਦਾ ਅਰਥ ਹੈ ਵੀ ਸਾਰੀ ਬਾਣੀ ਇੱਕੋ ਹੀ ਅਰਥ ਲੈ ਕੇ ਚੱਲ ਰਹੀ ਹੈ, ਇੱਕ ਨਾਲ ਜੋੜਨ ਵਾਸਤੇ ਚੱਲ ਰਹੀ ਹੈ ਬਸ। ਬਾਣੀ ਨੇ ਨਹੀਂ ਠੇਕਾ ਲਿਆ ਹੋਇਆ ਤੁਹਾਨੂੰ ਵਿਦੇਸ਼ ਵੀ ਭੇਜੇ, ਤੁਹਾਡਾ ਢਿੱਡ ਵੀ ਠੀਕ ਕਰੇ, ਤੁਹਾਡਾ ਸਿਰ ਵੀ ਠੀਕ ਕਰੇ, ਹਨਾ, ਤੁਹਾਡੇ ਦੁੱਖ ਸੁੱਖ ਵੀ ਦੇਖੇ, ਤੁਹਾਡੇ ਨਿਗਰਾਨੀ ਕਰੇ। ਉਹ ਤੇ ਆਲਰੇਡੀ ਹੋ ਹੀ ਰਹੀ ਹੈ। ਉਹ ਤੇ ਜਦੋਂ ਕਹਿ ਦਿੱਤਾ ਨਾ ਵੀ ਹੁਕਮ ਤੇਰੇ ਨਾਲ ਹੀ, ਉਹ ਤੇ ਵਰਤ ਹੀ ਰਿਹਾ ਪ੍ਰਸਾਰਾ ਸਾਰੇ ਪਾਸੇ, ਉਹ ਤੇ ਤੇਰੇ ਤੋਂ ਵਾਕਈ। ਗੁਰਬਾਣੀ ਤੇ ਤੁਹਾਨੂੰ ਕੋਈ ਅਗਲੀ ਡਾਇਰੈਕਸ਼ਨ ਦੇ ਰਹੀ ਹੈ, ਸੇਧ ਦੇ ਰਹੀ ਹੈ, ਤੁਸੀਂ ਉਸ ਪਾਸੇ ਤੁਰੋ। ਅਸੀਂ ਗੁਰਬਾਣੀ ਨੂੰ ਆਪਣੇ ਵਾਲੇ ਪਾਸੇ ਤੋਰੀ ਜਾਂਦੇ ਹਾਂ। ਕਿਉਂ? ਕਿਉਂਕਿ ਅਸੀਂ ਇਹਨਾਂ ਪੰਕਤੀਆਂ ਦੇ ਅਰਥ ਗਲਤ ਕਰ ਲੈਂਦੇ ਹਾਂ। ਅਸੀਂ ਆਪਣੀ ਸੁਵਿਧਾ ਅਨੁਸਾਰ, ਆਪਣੀ ਸੋਚ, ਆਪਣੀ ਮੱਤ ਅਨੁਸਾਰ ਗੁਰਬਾਣੀ ਨੂੰ ਜਦੋਂ ਅਰਥਾਉਂਦੇ ਆ, ਉਦੋਂ ਜਾ ਕੇ ਸਮੱਸਿਆਵਾਂ ਉਲਝਣਾ ਖੜੀਆਂ ਹੁੰਦੀਆਂ ਨੇ। ਤੋ ਇਸ ਚੀਜ਼ ਨੂੰ ਸਮਝੋ। ਉਹ ਕਹਿੰਦੇ ਵੀ ਦੁਨੀਆ 'ਚ ਇਹ ਚੱਲਦਾ ਹੈ, ਲੋਕ ਇਹ ਕੰਮ ਕਰਦੇ ਨੇ, ਅਸੰਖ ਤਰ੍ਹਾਂ ਦੇ ਜਪ ਨੇ, ਅਸੰਖ ਤਰ੍ਹਾਂ ਦਾ ਭਾਵ, ਭਾਵਨਾਵਾਂ ਨੇ, ਇੱਛਾਵਾਂ ਨੇ, ਫਿਰ ਅਸੰਖ ਪੂਜਾ, ਅਸੰਖ ਤਪ ਤਾਓ। ਉਹਨਾਂ ਦੀ ਪੂਜਾ ਕਰਨ ਦੇ ਤਰੀਕੇ ਵੱਖੋ ਵੱਖਰੇ ਨੇ, ਅਸੰਖਾਂ ਹੀ ਨੇ। ਕੋਈ ਥਾਲੀ 'ਚ ਦੀਵੇ ਬਾਲ ਕੇ ਪੂਜਾ ਕਰਦਾ ਹੈ, ਕੋਈ ਅੱਗ ਬਾਲ ਕੇ ਪੂਜਾ ਕਰਦਾ ਹੈ, ਕੋਈ ਪੁੱਠਾ ਲਟਕ ਕੇ ਪੂਜਾ ਕਰਦਾ ਹੈ, ਕੋਈ ਨੰਗਾ ਹੋ ਕੇ ਪੂਜਾ ਕਰਦਾ ਹੈ, ਕੋਈ ਭਟਕ ਭਟਕ ਕੇ ਪੂਜਾ ਕਰਦਾ ਹੈ, ਕੋਈ ਸਮਾਧੀ ਲਾ ਕੇ ਪੂਜਾ ਕਰਦਾ ਹੈ, ਕੋਈ ਦੌੜਿਆ ਫਿਰਦਾ ਹੈ, ਕੋਈ ਦਾਨ ਪੁੰਨ ਕਰਦਾ ਹੈ, ਕੋਈ ਕਿਵੇਂ ਕਿਵੇਂ, ਪਤਾ ਹੀ ਨਹੀਂ ਕਿੰਨੇ ਤੌਰ ਤਰੀਕੇ ਨੇ। ਅਸੰਖ ਪੂਜਾ, ਅਸੰਖ ਤਰ੍ਹਾਂ ਦੀ ਪੂਜਾ ਹੋ ਰਹੀ ਹੈ। ਅਸੰਖ ਤਪ ਤਾਓ, ਤੇ ਅਸੰਖਾਂ ਲੋਕ ਤਪੱਸਿਆ, ਤਪ ਸਾਧ ਰਹੇ ਨੇ। ਤਪ ਦਾ ਅਰਥ ਹੁੰਦਾ ਹੈ
ਕਠਿਨ ਘਾਲਣਾ, ਅੱਗ ਦੇ ਵਿੱਚ ਬੈਠਣਾ, ਧੂਣੀਆਂ ਤਪਾ ਕੇ ਉਹਦੇ ਵਿੱਚ ਬੈਠਣਾ ਤੇ ਬੜੀ ਲੰਮੀ ਲੰਮੀ ਸਾਧਨਾ ਲਾਣੀ, ਕਈ ਕਈ ਦਿਨ ਭੁੱਖੇ ਪਿਆਸੇ ਰਹਿਣਾ, ਪ੍ਰਾਣ ਚੜਾ ਲੈਣੇ ਜਿਵੇਂ ਜੋਗੀ ਕਰਦੇ ਸੀਗੇ, ਜੰਗਲਾਂ 'ਚ ਚਲੇ ਜਾਣਾ, ਘਰ-ਬਾਰ ਤਿਆਗ ਦੇਣਾ, ਪਰਿਵਾਰ ਤੋਂ ਦੂਰ ਹੋ ਜਾਣਾ, ਦੁੱਖਾਂ ਦੇ ਵਿੱਚ ਰੱਖਣਾ ਆਪਣੇ ਆਪ ਨੂੰ, ਨੰਗੇ ਪੈਰੀ ਤੁਰੇ ਫਿਰਨਾ, ਪਾਣੀ ਪੀ ਪੀ ਗੁਜ਼ਾਰਾ ਕਰਨਾ, ਹਵਾ ਤੇ ਗੁਜ਼ਾਰਾ ਕਰਨਾ। ਤਪ ਦੇ ਵੀ ਬੜੇ ਰੂਪ ਨੇ, ਤਾਂ ਗੁਰੂ ਸਾਹਿਬ ਨੇ ਅਸੰਖ ਕਹਿ ਦਿੱਤਾ। ਪਰ ਨਾਲ ਇਹ ਵੀ ਕਿਹਾ, ਕਹਿੰਦੇ ਧਿਆਨ ਰੱਖਿਓ, ਜਿੰਨਾ ਕੋਈ ਵੱਡਾ ਤਪ ਕਰਦਾ ਉਨਾ ਵੱਡਾ ਹੰਕਾਰੀ ਵੀ ਹੋ ਜਾਂਦਾ ਹੈ। ਕਿਉਂਕਿ ਜਦੋਂ ਕੋਈ ਬਹੁਤ ਵੱਡੀ ਤਪੱਸਿਆ ਕਰੇਗਾ, ਸੁਭਾਵਿਕ ਉਹਦੇ ਮਨ 'ਚ ਗੁਮਾਨ ਆਏਗਾ ਹੀ ਆਏਗਾ ਵੀ ਜੋ ਕੰਮ ਮੈਂ ਕੀਤਾ ਦੁਨੀਆ ਨੇ ਨਹੀਂ ਕੀਤਾ। ਸੁਖਮਨੀ ਸਾਹਿਬ 'ਚ ਕਿਹਾ, ਕਹਿੰਦੇ ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਬੜੇ ਤਰ੍ਹਾਂ ਦੀ ਤਪੱਸਿਆ ਕੀਤੀ, ਵੱਡੀ ਤਪੱਸਿਆ ਕੀਤੀ, ਓਡਾ ਵੱਡਾ ਹੰਕਾਰ ਵੀ ਪੈਦਾ ਹੋ ਗਿਆ। ਹਰਨਾਕਸ਼ ਨੇ ਹੰਕਾਰੇ ਹੋਇਆ ਸੀ, ਕਿਹਦਾ ਹੋਇਆ ਸੀ? ਤਪੱਸਿਆ ਦਾ। ਕਹਿੰਦਾ ਮੈਂ ਬੜੀ ਤਪੱਸਿਆ ਕਰ ਲਈ ਤੇ ਹੁਣ ਮੈਨੂੰ ਵਰ ਦੇ ਦਿਓ ਵੀ ਮੈਂ ਮਰਾਂ ਹੀ ਨਾ, ਨਾ ਦਿਨੇ ਨਾ ਰਾਤੀ, ਨਾ ਅੰਦਰ ਨਾ ਬਾਹਰ, ਨਾ ਉੱਪਰ ਨਾ ਥੱਲੇ। ਹੰਕਾਰੇ ਸੀ ਨਾ ਪਿੱਛੇ ਬੋਲਦਾ। ਹੁਣ ਜੇ ਤਪੱਸਿਆ ਕਰਕੇ ਹੰਕਾਰ ਹੀ ਇਕੱਠਾ ਕਰਨਾ ਹੈ, ਹੰਕਾਰ ਵਧਾਉਣਾ ਹੈ, ਜਾਂ ਤਪੱਸਿਆ ਕਰਨ ਵਾਲੇ ਕਈ ਵਾਰ ਤਪ ਵੀ ਬਹੁਤ ਜਾਂਦੇ ਨੇ, ਤਪ ਜਾਂਦੇ ਨੇ ਅੰਦਰੋਂ, ਤਪੱਸਿਆ ਦਾ ਤਪ ਇੰਨਾ ਹੁੰਦਾ ਹੈ। ਕ੍ਰੋਧੀ ਹੁੰਦੇ ਨੇ ਤਪੱਸਵੀ ਬੰਦੇ ਬਹੁਤੇ, ਲੋਭੀ ਵੀ ਹੁੰਦੇ ਨੇ। ਅਸੀਂ ਦੇਖਦੇ ਹਾਂ ਕਿ ਸਾਡੇ ਹਿੰਦੁਸਤਾਨ ਦੇ ਗ੍ਰੰਥਾਂ ਵਿੱਚ ਬਹੁਤ ਸਾਖੀਆਂ, ਸਟੋਰੀਆਂ ਐਸੀਆਂ ਨੇ ਜਿਨ੍ਹਾਂ ਵਿੱਚ ਦੇਵੀ ਦੇਵਤਿਆਂ ਦੀਆਂ ਲੜਾਈਆਂ, ਫਿਰ ਉਹਨਾਂ ਨੂੰ ਸ਼ਰਾਪ ਦਿੰਦੇ ਹੋਏ ਦਿਖਾਇਆ। ਫਲਾਣੇ ਨੇ ਸ਼ਰਾਪ ਦਿੱਤਾ, ਉਹਨੇ ਸ਼ਰਾਪ ਨਾਲ ਉਹਨੂੰ ਪੱਥਰ ਬਣਾਤਾ, ਕਿਸੇ ਨੇ ਉਹਨੂੰ ਜਾਨਵਰ ਬਣਾਤਾ, ਕਿਸੇ ਨੇ ਕੀੜਾ ਬਣਾਤਾ। ਸ਼ਰਾਪ ਤਪਿਆ ਹੋਇਆ ਬੰਦਾ ਦਿੰਦਾ ਹੈ, ਸ਼ਾਂਤ ਬੰਦਾ, ਠੰਡਾ ਬੰਦਾ, ਟਿਕਾ ਵਾਲਾ ਜੋ ਹੈ, ਉਹ ਕਿਉਂ ਸ਼ਰਾਪ ਦੇਗਾ? ਉਹ ਤੇ ਅਸੀਸ ਦੇਗਾ। ਇਹ ਲੋਕ ਸ਼ਰਾਪ ਦਿੰਦੇ ਨੇ। ਹੁਣ ਤਪੱਸਿਆ ਕੀਤੀ ਹੈ, ਸ਼ਰਾਪ ਦੇ ਰਹੇ ਹੋ। ਤਪੱਸਿਆ ਨਾਲ ਤੇ ਦੁਨੀਆ ਦਾ ਭਲਾ ਕਰਨਾ ਚਾਹੀਦਾ ਸੀ। ਤਪੱਸਿਆ ਨਾਲ ਤੇ ਦੁਨੀਆ ਨੂੰ ਸੱਚ ਦੇ ਮਾਰਗ ਤੇ ਤੋਰਦੇ, ਭਲਾ ਕਰਦੇ ਸੰਸਾਰ ਦਾ। ਤੋ ਗੁਰੂ ਸਾਹਿਬ ਕਹਿੰਦੇ ਜਦੋਂ ਤਪੱਸਿਆ ਵੀ ਹੰਕਾਰ ਬਣ ਜਾਏ, ਉਹ ਤਪੱਸਿਆ ਵੀ ਤਪੱਸਿਆ ਨਹੀਂ ਰਹਿੰਦੀ, ਤਪ ਤਪ ਨਹੀਂ ਰਹਿੰਦਾ। ਪਰ ਇਹ ਦੁਨੀਆ ਵਿੱਚ ਹੋ ਰਿਹਾ ਹੈ। ਅਸੰਖ ਪੂਜਾ ਅਸੰਖ ਤਪ ਤਾਓ। ਤਪ ਤਾਪਣ ਦੇ ਅਸੰਖਾਂ ਹੀ ਤਰੀਕੇ ਹਨ, ਤਪੱਸਿਆ ਕਰਨ ਦੇ ਅਸੰਖਾਂ ਹੀ ਤਰੀਕੇ ਹਨ, ਪੂਜਾ ਕਰਨ ਦੇ ਅਸੰਖਾਂ ਤਰੀਕੇ ਹਨ। ਅਸੰਖ ਗ੍ਰੰਥ ਮੁਖੀ ਵੇਦ ਪਾਠ, ਇਹਦੇ ਦੋ ਅਰਥ ਬਣਦੇ ਆ ਪੰਕਤੀ ਦੇ ਜੀ। ਵੀ ਅਸੰਖਾਂ ਗ੍ਰੰਥ ਨੇ, ਅਸੰਖਾਂ। ਹੁਣ ਗ੍ਰੰਥ ਦਾ ਅਰਥ ਹੁੰਦਾ ਜਿੱਥੇ ਕੋਈ ਗਿਆਨ ਦੀ ਗੱਲ ਲਿਖੀ ਹੋਵੇ, ਕੋਈ ਚੰਗੀ ਗੱਲ ਲਿਖੀ ਹੋਵੇ। ਇਹਦੇ ਚ ਸਾਰੀਆਂ ਕਿਤਾਬਾਂ ਵੀ ਆ ਜਾਣਗੀਆਂ, ਬੁੱਕਸ ਵੀ ਆ ਜਾਣਗੀਆਂ, ਕਿਉਂਕਿ ਸਮਾਜ ਵਿੱਚ ਕੁਝ ਐਸੀਆਂ ਬੁੱਕਸ ਹੁੰਦੀਆਂ ਨੇ ਜਿਨ੍ਹਾਂ ਚ ਸੰਸਾਰੀ ਪੱਧਰ ਦਾ ਗਿਆਨ ਹੁੰਦਾ ਹੈ ਤੇ ਕਿਤੇ ਨਾ ਕਿਤੇ ਜਾ ਕੇ ਸਾਨੂੰ ਉਹਦੇ ਆਤਮਿਕ ਲੈਵਲ ਤੇ ਵੀ ਉਹ ਚਾਨਣ ਦਿੰਦਾ ਹੈ। ਭਾਵ ਜਿੱਥੇ ਜਿੱਥੇ, ਜਿੰਨੇ ਜਿੰਨੇ, ਜਿਸ ਜਿਸ ਮਤ ਵਿੱਚ ਜੋ ਜੋ ਲਿਖਤ ਆ ਗਈ, ਉਹਨੂੰ ਗੁਰੂ ਸਾਹਿਬ ਗ੍ਰੰਥ ਕਹਿ ਰਹੇ। ਹਰ ਤਰ੍ਹਾਂ ਦੀ ਲਿਖਤ, ਮੁੱਖ ਵੇਦ ਪਾਠ, ਜਿਨ੍ਹਾਂ ਦਾ ਆਪਣੇ ਮੁਖ ਤੋਂ ਪਾਠ ਕੀਤਾ ਜਾਂਦਾ ਹੈ। ਅਸੰਖਾਂ ਗ੍ਰੰਥ ਨੇ ਜਿਨ੍ਹਾਂ ਦਾ ਲੋਕ ਮੁਖ ਤੋਂ ਪਾਠ ਕਰਦੇ ਨੇ। ਇੱਕ ਤੇ ਇਹ ਅਰਥ ਹੋ ਗਿਆ ਜੋ ਆਮ ਟੀਕਿਆਂ ਵਿੱਚ ਹੈ, ਪਰ ਇੱਕੇ ਦਾ ਅਰਥ ਇਹ ਬਣੇਗਾ, ਅਸੰਖਾਂ ਗ੍ਰੰਥ ਨੇ ਪਰ ਮੁਖ ਦੇ ਖੱਖੇ ਨੂੰ ਸਿਹਾਰੀ ਹੈ ਮੁਖੀ, ਵੇਦ ਪਾਠ। ਮੁਖੀ ਦਾ ਅਰਥ ਹੁੰਦਾ ਸ੍ਰੇਸ਼ਟ। ਗ੍ਰੰਥ ਅਸੰਖਾਂ ਹੀ ਨੇ ਪਰ ਸ੍ਰੇਸ਼ਟ ਉਹ ਮੰਨੇ ਜਾਂਦੇ ਨੇ ਜਿਨ੍ਹਾਂ ਵਿੱਚ ਵੇਦ ਦਾ ਪਾਠ ਹੁੰਦਾ ਹੈ, ਵੇਦ ਦੀ ਗੱਲ ਹੈ, ਗਿਆਨ ਦੀ, ਗੁਰਮਤ ਦੀ ਗੱਲ ਹੋਵੇ, ਉਹ ਮੁਖੀ ਹੋਊਗਾ। ਬਾਕੀ ਉਹ ਤੋਂ ਪਿੱਛੇ ਹੋਣਗੇ, ਉਹ ਵੱਡਾ ਗ੍ਰੰਥ ਹੋਏਗਾ, ਉਹ ਅੱਗੇ ਹੋਏਗਾ। ਜਿਵੇਂ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬਿਤਾਲੇ। ਹੁਣ ਜਿਹੜੇ ਵੇਦ ਨੇ, ਵੇਦਾਂ ਦੇ ਵਿੱਚ ਨਾਮ ਉੱਤਮ ਹੈ, ਇਹ ਗੱਲ ਗੁਰੂ ਸਾਹਿਬ ਨੇ ਕਬੂਲ ਕੀਤੀ ਹੈ। 4 ਵੇਦ ਨੇ ਪਰ ਵੇਦਾਂ ਦੇ ਵਿੱਚ ਵੀ ਨਾਮ ਹੀ ਉੱਤਮ ਹੈ। ਕਥਾ ਕਹਾਣੀ, ਸਾਖੀ, ਮਨ ਘੜਤ ਗੱਲਾਂ ਉੱਥੇ ਵੀ ਉੱਤਮ ਨਹੀਂ ਹੈਗੀਆਂ, ਹੈ ਉਹਦੇ ਚ ਵੀ ਬਹੁਤ ਨੇ, ਪਰ ਉੱਤਮ ਨਾਮ ਰਹੇਗਾ। ਇਹ ਅਰਥ ਆਪਾਂ ਕੇਵਲ, ਮੈਂ ਫੇਰ ਬੇਨਤੀ ਕਰਾਂ, ਨੌਲੇਜ ਵਾਸਤੇ, ਸਹੀ ਕੀ ਉਹ ਤਾਂ ਗੁਰੂ ਸਾਹਿਬ ਜਾਣਦੇ ਨੇ, ਪਰ ਆਪਾਂ ਨੂੰ ਜਿੰਨਾ ਕੁ ਸਮਝ ਆਉਂਦਾ ਆਪਾਂ ਉਨੇ ਕੁ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਵੀ ਅਸੰਖ ਗ੍ਰੰਥ ਜਿਨ੍ਹਾਂ ਦਾ ਲੋਕ ਪਾਠ ਕਰਦੇ ਨੇ, ਜਿਨ੍ਹਾਂ ਤੋਂ ਲੋਕ ਸਿੱਖਿਆ ਲੈ ਰਹੇ ਨੇ, ਗਿਆਨ ਪ੍ਰਾਪਤ ਕਰ ਰਹੇ ਨੇ, ਵਿਚਾਰ ਕਰ ਰਹੇ ਨੇ। ਅੱਗੇ ਆ ਜਾਏਗਾ ਫਿਰ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਜੋਗ, ਜੋਗ ਦਾ ਅਰਥ ਹੁੰਦਾ ਹੈ ਜੁੜਨਾ, ਜੁੜਨ ਦੇ ਤਰੀਕੇ, ਜੁੜਨ ਦੀਆਂ ਵਿਧੀਆਂ, ਜੁੜਨ ਵਾਲੇ। ਮਨ ਰਹਿ ਉਦਾਸ, ਜਿਹੜੇ ਆਪਣੇ ਮਨ ਦੇ ਅੰਦਰੋਂ ਉਦਾਸ ਹੋ ਗਏ, ਉਪਰਾਮ ਹੋ ਗਏ, ਜਿਨ੍ਹਾਂ ਨੇ ਮਨ ਚੋਂ ਹੀ ਸੰਨਿਆਸ ਧਾਰ ਲਿਆ। ਹੁਣ ਜਿਹੜੇ ਜੋਗੀ ਸੀ ਨਾ, ਜਿਨ੍ਹਾਂ ਨੂੰ ਕਿਹਾ ਜੋਗੀ ਤਜ ਗਏ ਘਰ-ਬਾਰ, ਹੋਏ ਅਤੀਤ ਗ੍ਰਸਤ ਤਜ ਉਹਨੂੰ ਕੇ ਗਿਰ ਮੰਗਣ ਜਾਈ। ਭਾਈ ਗੁਰਦਾਸ ਜੀ ਕਹਿੰਦੇ
ਵੀ ਪਹਿਲਾਂ ਤਾਂ ਇਹ ਲੋਕ ਗ੍ਰਸਤ ਤਜ ਕੇ ਘਰ-ਬਾਰ ਛੱਡ ਕੇ ਹੋਏ ਅਤੀਤ, ਗ੍ਰਸਤ ਤਜ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲੇ ਗਏ, ਉਪਰਾਮ ਹੋ ਗਏ। ਪਰ ਜਦੋਂ ਪੇਟ ਦੀ ਭੁੱਖ ਨੇ ਸਤਾਇਆ, ਅੱਗ ਨੇ ਸਤਾਇਆ, ਫਿਰ ਉਹਨੂੰ ਕਿਗਰੇ ਮੰਗਣ ਜਾਈ, ਫਿਰ ਉਹੀ ਗ੍ਰਸਤੀਆਂ ਦੇ ਪਰਿਵਾਰਾਂ ਦੇ ਘਰਾਂ 'ਚ ਮੰਗਣ ਤੁਰੇ ਫਿਰਦੇ ਨੇ। ਭਾਵ ਸੀ ਵੀ ਤੁਸੀਂ ਗ੍ਰਸਤ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ ਨਿਰਲੇਪ ਅਵਸਥਾ ਧਾਰਨ ਕਰਦੇ ਹੋ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾ ਈ ਨਾ ਸਾਣੈ, ਉਹ ਅਵਸਥਾ ਤਾਂ ਬਣੀ ਨਹੀਂ। ਪਰ ਘਰ-ਬਾਰ ਨੂੰ ਛੱਡ ਕੇ ਜੋਗੀ ਬਣ ਗਏ। ਉਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਕਈ ਤਰ੍ਹਾਂ ਦੇ ਅਸੰਖਾਂ ਲੋਕ ਨੇ ਜਿਹੜੇ ਜੋਗ ਕਮਾਉਂਦੇ ਨੇ ਜਾਂ ਜੋਗ ਧਾਰਨ ਕਰਦੇ ਨੇ, ਮਨ ਰਿਹਾ ਉਦਾਸ, ਤੇ ਮਨ ਵਿੱਚੋਂ ਉਦਾਸ ਹੋ ਜਾਂਦੇ ਨੇ, ਮਨ ਤੋਂ ਉਪਰਾਮ ਹੋ ਗਏ। ਉਹ ਕਹਿੰਦੇ ਵੀ ਸਾਡਾ ਦੁਨੀਆ ਨਾਲ ਕੋਈ ਸੰਬੰਧ ਨਹੀਂ, ਪਰਿਵਾਰ ਨਾਲ ਕੋਈ ਸੰਬੰਧ ਨਹੀਂ, ਸੰਸਾਰ ਨਾਲ ਕੋਈ ਲੈਣ ਦੇਣ। ਇਹ ਪ੍ਰਵਿਰਤੀ ਜਿਨ੍ਹਾਂ ਲੋਕਾਂ ਦੀ ਹੈ ਉਹ ਵੀ ਅਸੰਖ ਹਨ। ਵੀ ਸਾਡੇ ਦੇਸ਼ 'ਚ ਵੀ ਤੁਰੇ ਫਿਰਦੇ ਨੇ, ਵਿਦੇਸ਼ਾਂ ਵਿੱਚ ਵੀ ਐਸੀ ਪ੍ਰਵਿਰਤੀ ਦੇ ਲੋਕ ਨੇ ਜੋ ਜੰਗਲਾਂ ਵਿੱਚ ਵੀ ਰਹਿੰਦੇ ਨੇ, ਪਹਾੜਾਂ 'ਚ ਰਹਿੰਦੇ ਨੇ, ਗੁਫਾਵਾਂ ਵਿੱਚ ਰਹਿੰਦੇ ਨੇ, ਕੁਝ ਨਦੀਆਂ ਦੇ ਕਿਨਾਰੇ ਚਲੇ ਜਾਂਦੇ ਨੇ, ਕੁਝ ਸ਼ਾਂਤ ਇਲਾਕਿਆਂ 'ਚ ਚਲੇ ਜਾਂਦੇ ਨੇ, ਕੁਝ ਮਾਰੂਥਲਾਂ ਵਿੱਚ ਚਲੇ ਜਾਂਦੇ ਨੇ। ਉਹ ਕਹਿੰਦੇ ਵੀ ਸਾਡਾ ਸੰਸਾਰ ਨਾਲ ਕੋਈ ਸੰਬੰਧ ਨਹੀਂ। ਕਿਸੇ ਰੂਪ 'ਚ ਉਹਨਾਂ ਨੇ ਘਰ-ਬਾਰ ਛੱਡਿਆ ਹੋਵੇ, ਦੁਨੀਆ ਛੱਡੀ ਹੋਵੇ, ਉਹ ਵੱਖੋ ਵੱਖਰਾ ਹੁੰਦਾ ਹੈ। ਪਰ ਇਹ ਕਿੰਨੇ ਨੇ? ਕਹਿੰਦੇ ਅਸੰਖ, ਅਣਗਿਣਤ। ਅਸੰਖ ਭਗਤ ਗੁਣ ਗਿਆਨ ਵਿਚਾਰ। ਫਿਰ ਉਹ ਭਗਤ ਵੀ ਨੇ ਜਿਹੜੇ ਪਰਮੇਸ਼ਰ ਦੇ ਗੁਣਾਂ ਦੇ ਗਿਆਨ ਦੀ ਵਿਚਾਰ ਕਰਦੇ ਨੇ, ਗੁਣਾਂ ਦੀ ਵਿਚਾਰ, ਗਿਆਨ ਦੀ ਵਿਚਾਰ। ਹੁਣ ਗੁਣ 'ਚ ਕੀ ਹੁੰਦਾ? ਗੁਣ ਵਿੱਚ ਗਿਆਨ ਹੁੰਦਾ, ਗਿਆਨ ਆਪਣੇ ਆਪ ਵਿੱਚ ਗੁਣ ਹੁੰਦਾ। ਹੁਣ ਅਸੀਂ ਜੋ ਕਰ ਰਹੇ ਹਾਂ ਇਹ ਵੀ ਗੁਣ ਗਿਆਨ ਵਿਚਾਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਵੀ ਅਸੰਖਾਂ ਦੀ ਕੈਟਾਗਰੀ 'ਚ ਆ ਜਾਵਾਂਗੇ ਉਰੇ। ਅਸੰਖ ਕਿਉਂਕਿ ਤਰੀਕਾ ਆਪੋ ਆਪਣਾ ਹੈ। ਫਿਰ ਇਸ ਚੀਜ਼ ਨੂੰ ਸਮਝੋ। ਇੱਥੇ ਅਸੰਖ ਦਾ ਕਹਿਣ ਦਾ ਭਾਵ ਇਹ ਵੀ ਕੈਟਾਗਰੀਆਂ ਜਿਨ੍ਹਾਂ ਨੇ ਆਪੋ ਆਪਣੀ ਮਤ ਰੱਖੀ ਹੋਈ ਹੈ। ਭਗਤ ਗੁਣ ਗਿਆਨ ਵਿਚਾਰ, ਬੜੇ ਭਗਤ ਨੇ ਕਿਉਂਕਿ ਉਹਨਾਂ ਦਾ ਪਰ ਤਰੀਕਾ ਵੱਖੋ ਵੱਖਰਾ ਹੋ ਸਕਦਾ ਹੈ। ਕੋਈ ਰੱਬ ਦੇ ਕਿਸੇ ਗੁਣ ਨੂੰ, ਕਿਸੇ ਗਿਆਨ ਨੂੰ ਲੈ ਕੇ ਵਿਚਾਰ ਕਰਦਾ ਹੈ, ਕੋਈ ਕਿਸੇ ਗੁਣ ਦੀ, ਕਿਸੇ ਗਿਆਨ ਦੀ ਵਿਚਾਰ ਕਰਦਾ ਹੈ, ਪਰ ਵਿਚਾਰ ਤੇ ਹੋ ਰਹੀ ਹੈ ਨਾ। ਉਹ ਭਾਵੇਂ ਇੱਥੇ ਵੀ ਵਿਚਾਰ ਚੱਲ ਰਹੀ ਹੈ। ਅਸੰਖ ਸਤੀ, ਅਸੰਖ ਦਾ ਤਾਰ, ਬੜੇ ਸਤਵਾਦੀ ਨੇ ਤੇ ਬੜੇ ਦਾਤੇ ਨੇ। ਸਤਵਾਦੀ ਬੜੇ ਹੋਏ ਨੇ, ਸੱਚ ਤੇ ਪਹਿਰਾ ਦੇਣ ਵਾਲੇ, ਸੰਤੋਖ ਨੂੰ ਧਾਰਨ ਕਰਨ ਵਾਲੇ, ਦਾਤਾਂ ਦੇਣ ਵਾਲੇ, ਦਾਤਾਰ, ਜਿਨ੍ਹਾਂ 'ਚ ਦੁਨੀਆ ਦਾ ਬੜਾ ਨਾਮ ਸੀ। ਜਿਵੇਂ ਕਿ ਅਬ ਤੁਸੀਂ ਦੇਖੋ, ਕਰਨ ਨੂੰ ਸੋਨਾ ਦਾਨੀ ਕਿਹਾ ਗਿਆ, ਬਹੁਤ ਵੱਡਾ ਸੋਨਾ ਦਾਨੀ। ਰਾਜਾ ਹਰੀਚੰਦ ਬਹੁਤ ਵੱਡਾ ਦਾਨੀ ਹੋਇਆ। ਹੋਰ ਬੜੇ ਲੋਕ ਦਾਨੀ ਹੋਏ ਨੇ ਜਿਨ੍ਹਾਂ ਨੇ ਸੰਸਾਰ ਦਾ ਧਨ, ਪਦਾਰਥ, ਦੌਲਤ ਦਾਨ ਕੀਤਾ ਲੋਕਾਂ ਨੂੰ। ਪਰ ਇੱਕ ਦਾਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੀਤਾ, ਉਹ ਸੀ ਸਰਬੰਸ ਦਾਨੀ। ਉਹਨਾਂ ਨੇ ਆਪਣਾ ਪੂਰਾ ਸਰਬੰਸ ਦਾਨ ਕੀਤਾ, ਮਨੁੱਖਤਾ ਲਈ, ਹਿੰਦੁਸਤਾਨ ਲਈ, ਇੱਕ ਦੇਸ਼ ਲਈ, ਕੌਮ ਲਈ, ਧਰਮ ਲਈ, ਹੱਕ ਤੇ ਸੱਚ ਲਈ। ਹੁਣ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਦਾਨੀਆਂ ਦੀ ਗੱਲ ਸੰਸਾਰ ਚੱਲਦੀ ਹੈ, 1 ਰੁਪਈਆ ਦੇਣ ਵਾਲਾ ਵੀ ਦਾਨੀ ਹੁੰਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਦਾਨੀ ਤਾਂ ਦਾਨੀ ਹੈ, ਦਾਨੀ ਦਾ ਅਰਥ ਹੈ ਜੋ ਦੇ ਰਿਹਾ ਹੈ। ਇਹ ਦਾਨੀ ਉਹ ਨੇ ਜਿਹੜੇ ਆਪਣੇ ਆਪ ਵਿੱਚ ਦਾਨੀ ਬਣੇ ਹੋਏ ਨੇ। ਗੁਰਮਤ ਇਹ ਨਹੀਂ ਕਹਿ ਰਹੀ ਵੀ ਹਾਂ ਇਹ ਦਾਨੀ ਹੁੰਦੇ ਨੇ, ਐਸੇ ਦਾਨੀਆਂ ਨੂੰ ਸਾਨੂੰ ਮੰਨਣਾ ਚਾਹੀਦਾ, ਨਹੀਂ। ਕਿਉਂਕਿ ਸੰਸਾਰ ਵਿੱਚ ਹਰ ਉਹ ਬੰਦਾ ਦਾਨੀ ਮੰਨ ਲਿਆ ਜਾਂਦਾ ਜਿਹੜਾ ਕੁਝ ਦਿੰਦਾ। ਇਹ ਸੰਸਾਰ ਦੀ ਪਰਿਭਾਸ਼ਾ ਹੈ, ਗੁਰਮਤ ਦੀ ਨਹੀਂ ਹੈ। ਗੁਰਮਤ ਵਿੱਚ ਤੇ ਦਾਨੀ ਕੇਵਲ ਪਰਮੇਸ਼ਰ, ਆਪਾਂ ਸਾਰੇ ਮੰਗਤੇ ਹਾਂ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ, ਜਗਤ ਭਿਖਾਰੀ ਫਿਰਦਾ ਸਭ ਕੋ ਦਾਤਾਰਾ। ਅਸੀਂ ਇੱਥੇ ਦਾਨੀ ਹੋ ਹੀ ਨਹੀਂ ਸਕਦੇ, ਅਸੀਂ ਤਾਂ ਮੰਗਤੇ ਹੀ ਰਹਿਣਾ ਸਾਰੀ ਉਮਰ, ਤੇ ਮੰਗਤਿਆਂ ਵਾਲਾ ਸੁਭਾਅ ਸਾਡਾ ਬਣਿਆ ਰਹੇ, ਇਹ ਵੀ ਬੜੀ ਵੱਡੀ ਗੱਲ ਹੈ। ਹੁਣ ਕਹਿੰਦੇ ਵੀ ਦੁਨੀਆ ਵਿੱਚ ਜਿਹੜੇ ਦਾਨ ਕਰਨ ਵਾਲੇ ਲੋਕ ਨੇ, ਕਰਨ ਨੂੰ ਬੜਾ ਵੱਡਾ ਦਾਨੀ ਮੰਨਿਆ ਗਿਆ, ਰਾਜੇ ਹਰੀ ਨੂੰ ਵੱਡਾ ਦਾਨੀ ਮੰਨਿਆ ਗਿਆ। ਹੋਰ ਬੜੇ ਦਾਨੀ ਹੋਏ ਨੇ, ਸਤਵਾਦੀ ਹੋਏ ਨੇ, ਸਤੀ ਹੋਏ ਨੇ, ਜਤੀ ਸਤੀ ਹੋਏ ਨੇ, ਜਤ ਸਤ ਤੇ ਪਹਿਰਾ ਦੇਣ ਵਾਲੇ ਹੋਏ ਨੇ। ਉਹ ਕਿੰਨੇ ਨੇ? ਕਹਿੰਦੇ ਉਹ ਵੀ ਅਸੰਖ ਹਨ। ਉਹਨਾਂ ਦਾ ਵੀ ਕੋਈ ਗਿਣਤੀ ਨਹੀਂ ਹੈ। ਵੀ ਤੁਸੀਂ ਇਹ ਨਾ ਕਹੋ ਇਹ ਵੱਡਾ, ਹੋ ਸਕਦਾ ਕੋਈ ਉਹਦੇ ਤੋਂ ਵੱਡਾ ਵੀ ਬੈਠਾ ਹੋਵੇ। ਕੋਈ ਰੁਪਈਏ ਦਾਨ ਕਰਦਾ ਹੈ, ਫਿਰ ਅੱਗੇ ਕੋਈ ਚਾਂਦੀ ਦਾਨ ਕਰਨ ਵਾਲਾ ਆ ਗਿਆ, ਚਾਂਦੀ ਵਾਲੇ ਨੂੰ ਗੁਮਾਨ ਹੋ ਗਿਆ ਤੇ ਅੱਗੇ ਸੋਨਾ ਦਾਨ ਕਰਨ ਵਾਲਾ ਆ ਗਿਆ, ਸੋਨੇ ਵਾਲੇ ਨੂੰ ਗੁਮਾਨ ਹੋ ਗਿਆ ਅੱਗੇ ਹੀਰੇ ਦਾਨ ਕਰਨ ਵਾਲਾ ਆ ਗਿਆ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀਰਾ ਭੇਟ ਕੀਤਾ ਸੀ। ਗੋਦਾਵਰੀ ਨਦੀ ਦੇ ਕਿਨਾਰੇ ਤੇ ਬੈਠੇ ਨੇ, ਗੁਰੂ ਸਾਹਿਬ ਨੇ ਹੀਰਾ ਦੇਖਿਆ ਤੇ ਚੱਕ ਕੇ ਨਦੀ 'ਚ ਸੁੱਟਤਾ। ਬਹਾਦਰ ਸ਼ਾਹ ਹੈਰਾਨ ਹੋ ਗਿਆ, ਕਹਿਣ ਲੱਗਾ ਵੀ ਹੱਦ ਹੋ ਗਈ, ਮੈਂ ਗੁਰੂ ਸਾਹਿਬ ਨੂੰ ਹੀਰਾ ਦਿੱਤਾ ਤੇ ਇਹਨਾਂ ਨੇ ਚੱਕ ਕੇ ਨਦੀ 'ਚ ਮਾਰਿਆ। ਮਤਲਬ ਇਹਨਾਂ ਨੂੰ ਕੀਮਤ ਦਾ ਹੀ ਨਹੀਂ ਪਤਾ, ਵੈਲਿਊ ਦਾ ਨਹੀਂ ਪਤਾ। ਫਿਰ ਸੋਚਦਾ ਵੀ ਹਾਂ ਦਰਵੇਸ਼ਾਂ ਦਾ ਘਰ ਹੈ, ਇਹ ਤੇ ਪੀਰ ਫਕੀਰ ਬੰਦੇ ਨੇ, ਇਹਨਾਂ ਨੂੰ ਕੀ ਪਤਾ ਵੀ ਹੀਰਾ ਕੀ ਹੁੰਦਾ। ਗੁਰੂ ਸਾਹਿਬ ਨੇ ਦੇਖ ਲਿਆ, ਮਨ ਦੇ ਵਿੱਚ ਸ਼ੰਕਾ ਆ ਗਿਆ। ਸਵਾਲ ਹੈ, ਸਵਾਲੀਆ ਚਿੰਨ੍ਹ ਮੱਥੇ ਤੇ ਝਲਕ ਰਹੇ ਨੇ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਪਾਣੀ 'ਚ ਦੇਖੀ ਤਾਂ ਥੋੜਾ ਜਿਹਾ ਅੱਗੇ, ਤੇਰਾ ਹੀਰਾ ਦੇਖਦਾ ਦਿਖਦਾ।
ਜਦੋਂ ਅੱਗੇ ਝਾਤੀ ਮਾਰੀ ਹੈਰਾਨ ਰਹਿ ਗਿਆ, ਉਹਦੇ ਹੀਰੇ ਨਾਲ ਦੇ ਪਤਾ ਨਹੀਂ ਕਿੰਨੇ ਹੀਰੇ, ਹਜ਼ਾਰੇ ਹੀਰੇ ਉੱਥੇ ਪਏ ਨੇ ਪਾਣੀ, ਹਜ਼ਾਰੇ ਹੀਰੇ ਉਹਨੂੰ ਨਜ਼ਰ ਆਏ। ਬਸ ਫਿਰ ਝੁਕ ਗਿਆ, ਮੰਨ ਗਿਆ। ਮਹਾਰਾਜ ਕਹਿੰਦੇ ਕਿਹੜੇ ਹੀਰਿਆਂ ਦੀ ਗੱਲ ਕਰਦਾ ਹੈ? ਸਭ ਤੋਂ ਕੀਮਤੀ ਹੀਰਾ ਖੁਦਾ ਦਾ, ਅੱਲਾ ਦਾ ਨਾਮ ਹੈ, ਬੰਦਗੀ ਹੈ, ਇਬਾਦਤ ਕਰਿਆ ਕਰ। ਖੁਦਾ ਨੇ ਜੋ ਜੀਵਨ ਦਿੱਤਾ ਹੈ ਉਹਦੀ ਸਾਰ ਨੂੰ ਸਮਝ, ਉਹਦੀ ਕੀਮਤ ਨੂੰ ਸਮਝ। ਖੁਦਾ ਨਾਲ ਜੁੜ, ਸਭ ਤੋਂ ਵੱਡਾ ਹੀਰਾ ਹੀ ਹੈ। ਤੇਰਾ ਮਨੁੱਖੀ ਜਾਮਾ ਵੀ ਹੀਰਾ ਹੈ, ਤੂੰ ਵੀ ਹੀਰਾ ਹੈ। ਆਹ ਹੀਰਿਆਂ ਦੇ ਚੱਕਰਾਂ ਛੱਡ, ਤੇ ਪੱਥਰ ਨੇ, ਪੱਥਰਾਂ ਨੇ ਕਿਸੇ ਦਾ ਕੁਝ ਨਹੀਂ ਸਵਾਰਨਾ। ਹੀਰਾ ਤੇ ਨਾਮ ਹੁੰਦਾ ਹੈ ਜਾਂ ਰੱਬ ਦਾ ਭਗਤ ਹੁੰਦਾ ਹੈ। ਬਾਣੀ ਚ ਕਿਹਾ ਹਰ ਹੀਰਾ ਜਨ ਜੌਹਰੀ, ਹਰੀ ਹੀਰਾ ਹੈ ਤੇ ਜਿਹੜਾ ਜਨ ਹੈ ਸੇਵਕ ਹੈ, ਜੌਹਰੀ ਹੈ। ਕਿਉਂ? ਕਿਉਂਕਿ ਜੌਹਰੀ ਨੂੰ ਹੀਰੇ ਦੀ ਪਹਿਚਾਣ ਹੁੰਦੀ ਹੈ, ਪਰਖ ਹੁੰਦੀ ਹੈ। ਇਸ ਲਈ ਅਸੀਂ ਹੁਣ ਕਿਹੜੇ ਦਾਤੇ ਆ? ਅਸੀਂ ਦਾਤੇ ਨਹੀਂ ਆ। ਉਹ ਗੁਰੂ ਸਾਹਿਬ ਇਹ ਕਹਿ ਰਹੇ ਨੇ ਵੀ ਆਪਣੇ ਮਨ ਚੋਂ ਦਾਤੇ ਹੋਣ ਦਾ ਭੁਲੇਖਾ ਕੱਢ ਦੋ। ਜੇ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਵੱਡਾ ਦਾਤਾ ਮੰਗ ਲਓਗੇ, ਤੁਹਾਡੇ ਤੋਂ ਪਰੇ ਪਰੇ ਹੋਰ ਪਤਾ ਨਹੀਂ ਕਿੰਨੇ ਦਾਤੇ ਪਏ ਨੇ, ਕਰੋੜਾਂ ਰੁਪਈਆ ਵੰਡਣ ਵਾਲੇ, ਅਰਬਾਂ ਰੁਪਈਆ ਵੰਡਣ ਵਾਲੇ ਨੇ। ਆ ਬਿਲ ਗੇਟਸ ਨੇ ਪਿੱਛੇ ਜੇ ਕਹਿੰਦੇ ਸੀ ਆਪਣੇ ਕਮਾਈ ਦਾ 90% ਹਿੱਸਾ ਉਹਨੇ ਡੋਨੇਟ ਕਰ ਦਿੱਤਾ। ਕਈ ਹਜ਼ਾਰ ਕਰੋੜ ਲੱਖ ਰੁਪਈਆ ਬਣ ਜਾਂਦਾ, ਉਹ ਸਾਡੀ ਗਿਣਤੀ 'ਚ ਨਹੀਂ ਆਣਾ। ਤੇ ਆਮ ਬੰਦਾ ਕੀ ਰੀਸ ਕਰੇਗਾ? ਸੋ ਅਸੰਖਾਂ ਹੀ ਦਾਤੇ ਹਨ ਜੋ ਭਾਵ ਕੁਝ ਦੇ ਰਹੇ ਹਨ। ਦਾਤੇ ਦਾ ਅਰਥ ਹੁੰਦਾ ਦੇਣ ਵਾਲਾ। ਤੇ ਗਰੀਬ ਵੀ ਦਾਤਾ ਹੋ ਸਕਦਾ ਹੈ। ਜੇ ਗਰੀਬ ਬੰਦਾ ਕਿਸੇ, ਭਾਵੇਂ ਗਰੀਬ ਨੂੰ ਕੁਝ ਦੇ ਰਿਹਾ, ਉੱਥੇ ਉਹ ਵੀ ਦਾਤੇ ਦਾ ਹੀ ਫਰਜ਼ ਨਿਭਾ ਰਿਹਾ। ਪਰਮੇਸ਼ਰ ਨੇ ਉਹਨੂੰ ਇੱਕ ਦਾਤੇ ਵਾਲਾ ਗੁਣ ਦਿੱਤਾ, ਉਹਦੇ ਰਾਹੀਂ ਇੱਕ ਦਾਤ ਦਵਾ ਦਿੱਤੀ। ਗਿਆਨ ਵੀ ਦਾਤ ਚ ਆ ਜਾਂਦਾ ਹੈ, ਹੈਲਪ ਕਰਨੀ ਵੀ ਦਾਤ ਚ ਆ ਜਾਂਦੀ ਹੈ, ਕਿਸੇ ਨੂੰ ਰਾਹ ਪਾਉਣਾ ਵੀ ਦਾਤ ਚ ਆ ਜਾਂਦਾ ਹੈ ਜਦੋਂ ਅਸੀਂ ਕੁਝ ਦਿੰਦੇ ਹਾਂ, ਵੰਡਦੇ ਹਾਂ। ਪਰ ਹਾਂ, ਸਾਡੇ ਮਨ 'ਚ ਗੁਮਾਨ ਨਹੀਂ ਹੋਣਾ ਚਾਹੀਦਾ। ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ। ਸੂਰ ਦਾ ਅਰਥ ਹੁੰਦਾ ਸੂਰਮੇ, ਬਹਾਦਰ, ਯੋਧੇ, ਜਰਨੈਲ, ਸੋਲਜਰ, ਸਿਪਾਹੀ। ਕਹਿੰਦੇ ਅਸੰਖਾਂ ਹੀ ਸਿਪਾਹੀ ਸੋਲਜਰ ਨੇ, ਮੂੰਹ ਭਖ ਸਾਰ, ਜੋ ਜੰਗ ਦੇ ਮੈਦਾਨ ਦੇ ਵਿੱਚ ਡਟ ਕੇ ਦੁਸ਼ਮਣ ਨਾਲ ਲੜਦੇ ਨੇ। ਉਹਨਾਂ ਦੇ ਹਥਿਆਰਾਂ ਦਾ, ਤਲਵਾਰਾਂ ਦਾ, ਨੇਜਿਆਂ ਦਾ, ਬਰਛਿਆਂ ਦਾ ਵਾਰ ਆਪਣੇ ਮੂੰਹ ਤੇ ਸਹਿੰਦੇ ਨੇ, ਮਾਰਾਂ ਸਹਿ ਲੈਂਦੇ ਨੇ, ਪਰ ਰਣ ਦੇ ਮੈਦਾਨ ਨੂੰ ਉੱਚੋਂ ਭੱਜਦੇ ਨਹੀਂ। ਰਣ ਛੱਡ ਕੇ, ਜੰਗ ਦਾ ਮੈਦਾਨ ਛੱਡ ਕੇ ਭੱਜਦੇ ਨਹੀਂ। ਦੁੱਖ ਸੁੱਖ ਦੀ ਮਾਰ ਸਹਿ ਲੈਂਦੇ ਨੇ, ਸ਼ਹੀਦ ਹੋ ਜਾਂਦੇ ਨੇ, ਵੀਰਗਤੀ ਪਾ ਲੈਂਦੇ ਨੇ, ਪਰ ਉੱਥੇ ਡਟ ਕੇ ਲੜਦੇ ਨੇ। ਐਸੇ ਸੂਰਮੇ ਵੀ ਅਸੰਖਾਂ ਹਨ। ਅਸੰਖ ਮੋਨ ਲਿਵ ਲਾਏ ਤਾਰ, ਮੋਨ ਮੋਨੀ ਨੰਨੇ ਨੂੰ ਸਿਹਾਰੀ। ਅਸੰਖਾਂ ਤਰ੍ਹਾਂ ਦੇ ਮੋਨੀ ਨੇ ਜਿਨ੍ਹਾਂ ਨੇ ਮੌਨ ਧਾਰ ਲਿਆ, ਭਾਵ ਚੁੱਪ ਕਰ ਗਏ, ਕਹਿੰਦੇ ਅਸੀਂ ਬੋਲਣਾ ਹੀ ਨਹੀਂ ਹੈ। ਲਿਵ ਲਾਏ ਤਾਰ, ਕਹਿੰਦੇ ਸਾਡੀ ਲਿਵ ਲੱਗੀ ਹੋਈ ਹੈ, ਇੱਕ ਤਾਰ ਲਿਵ ਲੱਗੀ। ਹੁਣ ਇਹ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਆਰੰਭ ਦੇ ਵਿੱਚ ਕਿ ਚੁੱਪੈ ਚੁੱਪ ਨਾ ਹੋਵੇ ਜੇ ਰਾਏ ਲਾਏ ਰਹਾ ਲਿਵ ਤਾਰ। ਕਹਿੰਦੇ ਜਿੰਨੀ ਮਰਜ਼ੀ ਇੱਕ ਟੱਕ ਸਮਾਧੀ ਲਾ ਲਓ, ਪਰ ਮਨ ਕਰਕੇ ਕਦੀ ਚੁੱਪ ਨਹੀਂ ਹੋਊਗੇ। ਜ਼ੁਬਾਨ ਤਾਂ ਚੁੱਪ ਹੋ ਜਾਏਗੀ, ਪਰ ਮਨ ਨੂੰ ਕਿਵੇਂ ਚੁੱਪ ਕਰਾਓਗੇ? ਗੁਰਮਤ ਤਾਂ ਮਨ ਨੂੰ ਚੁੱਪ ਕਰਾ ਰਹੀ ਹੈ। ਚੁੱਪ ਵੀ ਕਿੱਥੋਂ ਕਰਾ ਰਹੀ ਹੈ? ਵੀ ਮਨ ਮਾਇਆ ਦੀ ਬੋਲੀ ਨਾ ਬੋਲੇ, ਮਨ ਹੰਕਾਰ ਦੀ ਬੋਲੀ ਨਾ ਬੋਲੇ, ਮਨ ਚਤਰਾਈ ਤੇ ਚਲਾਕੀ ਦੀ ਬੋਲੀ ਨਾ ਬੋਲੇ, ਮਨ ਕਪਟ ਨਾ ਬੋਲੇ, ਮਨ ਝੂਠ ਨਾ ਬੋਲੇ। ਇੱਥੋਂ ਚੁੱਪ ਹੋਣਾ ਸੀ, ਇੱਥੋਂ ਮੌਨ ਧਾਰੋ ਜੇ ਧਾਰਨਾ ਹੈ। ਵਰਨਾ ਮੁੰਨੀ ਮੌਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਇਹ ਪਤਾ ਹੀ ਨਹੀਂ ਕਿੰਨੇ ਤੁਰੇ ਫਿਰਦੇ ਨੇ। ਐਸੇ ਮੁੰਨੀ ਦੇ ਕੋਈ ਮਾਇਨੇ ਨਹੀਂ ਹਨ ਜਿਹਨੇ, ਜਿਹੜਾ ਜ਼ੁਬਾਨ ਨੂੰ ਤਾਲਾ ਲਾ ਕੇ ਬੈਠਾ ਪਰ ਮਨ ਦੇ ਅੰਦਰ ਪਤਾ ਨਹੀਂ ਕੀ ਕੁਛ ਚੱਲੀ ਜਾਂਦਾ ਉਹਦੇ। ਤਾਂ ਗੁਰੂ ਸਾਹਿਬ ਕਹਿੰਦੇ ਵੀ ਹੁਣ ਜੀਭ ਦਾ, ਜ਼ੁਬਾਨ ਦਾ ਮੌਨ ਧਾਰਨ ਕਰਨ ਵਾਲੇ, ਮੂੰਹ ਤੋਂ ਚੁੱਪ ਰਹਿਣ ਵਾਲੇ ਵੀ ਕਿੰਨੇ ਹਨ? ਅਸੰਖਾ ਹੀ ਹਨ। ਅਸੰਖ ਮੋਨੀ ਲਿਵ ਲਾਏ ਤਾਰ। ਇੱਥੇ ਤੱਕ ਕੀ ਹੈ? ਕਹਿੰਦੇ ਤੇਰੀ ਕੁਦਰਤ ਹੈ ਜਿਹਦਾ ਮੈਂ ਇੱਕ ਰੂਪ ਦੇਖਿਆ ਵੀ ਜਿਹੜੇ ਲੋਕ ਧਰਮ ਦਾ ਕਰਮ ਮੰਨ ਕੇ ਕਰਦੇ ਨੇ, ਉਹ ਮੰਨਦੇ ਨੇ ਵੀ ਧਰਮ ਦਾ ਕਰਮ ਹੈ ਨਹੀਂ ਹੈ, ਚੰਗਾ ਮਾੜਾ ਇੱਕ ਅਲੱਗ ਵਿਸ਼ਾ, ਉਹਦੀ ਗੱਲ ਹੀ ਨਹੀਂ ਹੋਈ ਉਰੇ, ਇਸ ਕਰਕੇ ਅਸੀਂ ਵੀ ਉਸ ਪਾਸੇ ਨਹੀਂ ਜਾਣਾ। ਪਰ ਉਹ ਮੰਨਦੇ ਨੇ, ਉਹਨਾਂ ਨੇ ਉਸ ਹਿਸਾਬ ਨਾਲ ਫਿਰ ਜਪ ਤਪ ਪੂਜਾ ਤਾਓ, ਮੁੱਖ ਗ੍ਰੰਥਾਂ ਦਾ ਪਾਠ, ਫਿਰ ਯੋਗ ਸਾਧਨਾਵਾਂ, ਫਿਰ ਗਿਆਨ ਵਿਚਾਰ, ਫਿਰ ਸਾਤੀ ਦਾ ਤਾਰ, ਫਿਰ ਉਹ ਸੂਰਮੇ ਜਿਹੜੇ ਕਹਿੰਦੇ ਸੀ ਧਰਮ ਦੀ ਲੜਾਈ ਵੀ ਲੜਦੇ ਆ, ਫਿਰ ਮੋਨੀ। ਇਹ ਸਾਰੇ ਉਹ ਲੋਕ ਨੇ ਜਿਹੜੇ ਧਰਮ ਦਾ ਕਰਮ ਮੰਨ ਕੇ ਜਾਂ ਇੱਕ ਚੰਗਾ ਕਰਮ ਮੰਨ ਕੇ, ਸਤ ਦਾ ਕਰਮ ਮੰਨ ਕੇ ਆਪਣੇ ਤੌਰ ਤੇ ਆਪਣੀ ਮਤ ਅਨੁਸਾਰ ਕਰਦੇ ਨੇ। ਗੁਰੂ ਸਾਹਿਬ ਹੁਣ ਕਹਿੰਦੇ ਇਹ ਕੀ ਹੈ? ਇਹ ਤੇਰੀ ਕੁਦਰਤ ਦੇ ਵਿੱਚ ਸਾਰਾ ਵਰਤਾਰਾ ਵਰਤ ਰਿਹਾ, ਪਰ ਇਹਦੀ ਮੈਂ ਕਿੰਨੀ ਕੁ ਵਿਚਾਰ ਕਰਾਂ? ਕੁਦਰਤ ਕਵਣ ਕਹਾਂ ਵਿਚਾਰ, ਇਹ ਕਿੰਨੀ ਕੁ ਭਾਵ ਇਹ ਵੀ ਇਹ ਲਿਸਟ ਬੜੀ ਲੰਮੀ ਹੈ, ਬੜੀ ਲੰਮੀ ਲਿਸਟ ਹੈ, ਜਿਹਨੂੰ ਲਿਖਣ ਲੱਗ ਜੀ ਤਾਂ ਅੰਤ ਨਹੀਂ ਪੈਣਾ।
ਤਾਂ ਕਿਹਾ ਵੀ ਕਵਣ ਕਹਾਂ ਵਿਚਾਰ, ਕਿੰਨੀ ਕੁ ਵਿਚਾਰ ਕਰੀਏ। ਕਹਿੰਦੇ ਜਿੰਨੀ ਕੁ ਸਮਝ ਆਈ ਮੈਂ ਲਿਖ ਦਿੱਤੀ, ਵਾਰਿਆ ਨਾ ਜਾਵਾਂ ਇੱਕ ਵਾਰ। ਅਸੀਂ ਤੇ ਤੇਰੀਆਂ ਇਹਨਾਂ ਦਾਤਾਂ ਨੂੰ, ਐਡੀਆਂ ਬਖਸ਼ਿਸ਼ਾਂ ਨੂੰ, ਐਡੀ ਵੱਡੀ ਕਲਾ ਨੂੰ ਦੇਖ ਕੇ ਇਹੀ ਸਮਝਦੇ ਹਾਂ, ਭਾਵ ਅਸੀਂ ਇੰਨੇ ਨਿਗੁਣੇ ਆ, ਇੰਨੇ ਛੋਟੇ ਆ, ਇੰਨੇ ਅਸੀਂ ਅਲਪ ਆ ਕਿ ਅਸੀਂ ਤੇਰੇ ਤੋਂ ਇੱਕ ਵਾਰ ਵੀ ਸਦਕੇ ਨਹੀਂ ਹੋ ਸਕਦੇ। ਤੂੰ ਇੰਨਾ ਬੇਅੰਤ ਹੈ, ਅਸੀਂ ਕਿੱਥੋਂ ਸਦਕੇ ਹੋਈਏ। ਤੂੰ ਇੰਨਾ ਵਿਸ਼ਾਲ, ਤੂੰ ਸਾਗਰ ਹੈ ਤੇ ਅਸੀਂ ਬੂੰਦ ਆ, ਕਿਵੇਂ ਸਦਕੇ ਹੋਈਏ। ਵਾਰਿਆ ਨਾ ਜਾਵੇ ਇੱਕ ਵਾਰ। ਤੇ ਇਹੀ ਸਮਝ ਪਈ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਪਾਉਂਦਾ ਉਹ ਸਾਡੇ ਵਾਸਤੇ ਵੀ ਭਲਾ ਹੈ। ਇਸ ਚੀਜ਼ ਨੂੰ ਸਮਝੋ, ਇੱਥੇ ਗੁਰਮਤ ਪਈ ਹੈ, ਇਸ ਪੰਕਤੀ 'ਚ ਗੁਰਮਤ ਪਈ ਹੈ। ਹੁਣ ਜੋ ਤੈਨੂੰ ਪਾਉਂਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਕਿਹਦੇ ਵਾਸਤੇ? ਸਾਡੇ ਵਾਸਤੇ ਉਹ ਕਾਰ, ਉਹ ਕਰਮ, ਉਹ ਹੁਕਮ ਚੰਗਾ ਜੋ ਤੈਨੂੰ ਪਾਉਂਦਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਚੰਗੀ ਸਾਡੇ ਵਾਸਤੇ ਹੁੰਦੀ ਹੈ, ਹੁੰਦੀ ਚੰਗੀ ਹੈ ਹਰ ਕਾਰ। ਸਾਨੂੰ ਚੰਗੀ ਲੱਗਦੀ ਹੈ, ਨਹੀਂ ਲੱਗਦੀ, ਅਸੀਂ ਉਹਨੂੰ ਚੰਗਾ ਮੰਨਦੇ ਆ, ਨਹੀਂ ਮੰਨਦੇ, ਇੱਕ ਵੱਖਰਾ ਵਿਸ਼ਾ ਹੈ, ਪਰ ਹੁੰਦੀ ਸਾਡੇ ਚੰਗੇ ਵਾਸਤੇ। ਜਿਹਨੂੰ ਅਸੀਂ ਕਹਿੰਦੇ ਆ ਵੀ ਗੁਰੂ ਸਾਹਿਬ ਕਰਦੇ ਤੇ ਜੋ ਹੁੰਦਾ ਭਲਾ ਹੀ ਹੁੰਦਾ, ਰੱਬ ਜੋ ਕਰਦਾ ਭਲਾ ਹੀ ਕਰਦਾ। ਪਰ ਉਹ ਭਲਾ ਕਈ ਵਾਰ ਕਿਸੇ ਨੂੰ ਸਾਲ ਬਾਅਦ ਸਮਝ ਆਉਂਦਾ, ਕਿਸੇ ਨੂੰ 10 ਸਾਲ ਬਾਅਦ ਆਉਂਦਾ, ਕਿਸੇ ਨੂੰ ਬੁਢਾਪੇ 'ਚ ਜਾ ਕੇ ਸਮਝ ਆਉਂਦਾ। ਹੁੰਦਾ ਭਲਾ ਹੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਕਹਿੰਦੇ ਤੇਰੇ ਨਾਲ ਜੁੜ ਕੇ ਇਹੀ ਗਿਆਨ ਹੋਇਆ, ਤੂੰ ਸਦਾ ਹੈ, ਸਲਾਮਤ ਹੈ ਤੇ ਤੂੰ ਹੀ ਨਿਰੰਕਾਰ ਹੈ। ਇਸ 17ਵੀਂ ਪੌੜੀ ਦੀ ਇੱਥੇ ਤੱਕ ਵਿਚਾਰ ਜਿੰਨੀ ਮਹਾਰਾਜ ਨੇ ਮਤ ਸਮਤ ਬਖਸ਼ੀ ਆਪਾਂ ਸਾਂਝੀ ਕੀਤੀ ਹੈ। ਆਓ ਹੁਣ ਅੱਗੇ ਆਪਾਂ ਸਵਾਲ ਜਵਾਬ ਕਰਦੇ ਹਾਂ। ਹੋ ਗਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।